ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਤਖ ਗੁਰੂ ਨਿਸਤਾਰੇ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸਵਾਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਜੀ ਬਾਣੀ ਗੁਰੂ ਤੇ ਗੁਰੂ ਹੈ ਬਾਣੀ। ਬਾਣੀ ਹੈ ਸਰੂਪ ਗੁਰਾਂ ਦਾ, ਗੁਰੂ ਤੇ ਗੁਰੂ ਹੈ ਬਾਣੀ। ਬਾਣੀ ਹੈ ਸਰੂਪ ਗੁਰਾਂ ਦਾ, ਬਾਣੀ ਗੁਰੂ ਤੇ ਗੁਰੂ ਹੈ ਬਾਣੀ। ਬਾਣੀ ਹੈ ਸਰੂਪ ਗੁਰਾਂ ਦਾ, ਬਾਣੀ ਗੁਰੂ ਤੇ ਗੁਰੂ ਹੈ ਬਾਣੀ। ਬਾਣੀ ਹੈ
हमारा स्वामी
कर सुख बसिया वाहे गुरु तन वाहे गुरु कर सुख बसिया बाहर सुख पाया कहो नानक कहो नानक कहो नानक गुर मंत्र दुनिया के अरदास हमारी पिंड सब तेरा दुनिया के अरदास हमारी जियो पिंड सब तेरा कहो नानक कहो नानक कहो नानक सब तेरी बंदाई कहो नानक सब तेरी बंदाई कोई ना जाने मेरा वाहेगुरु 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 अंदर सच्चा ने हो
मन होए तन मन होए निहाल जा गुर देखा सामने वाहेगुरु 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 ਤੈਨੂੰ ਲੈ ਜੂਗੀ ਬਿਕੁੰਠ ਬਣਾ ਮੇਰਿਆ ਇੱਕ ਘੜੀ ਸਤ ਸੰਗ ਦੀ ਤੈਨੂੰ ਲੈ ਜੂਗੀ ਤੈਨੂੰ ਲੈ ਜੂਗੀ ਤੈਨੂੰ ਲੈ ਜੂਗੀ ਬਿਕੁੰਠ ਬਣਾ ਮੇਰਿਆ ਇੱਕ ਘੜੀ ਸਤ ਸੰਗ ਦੀ ਤੈਨੂੰ ਲੈ ਜੂਗੀ ਬੇਕੁੰਠ ਮਨਾ ਮੇਰਾ ਇੱਕ ਘੜੀ ਸਤ ਸੰਗ ਦੀ ਤੈਨੂੰ ਲੈ ਜੂਗੀ ਬੇਕੁੰਠ ਮਨਾ ਮੇਰਾ ਇੱਕ ਘੜੀ ਸਤ ਸੰਗ ਦੀ ਤੈਨੂੰ ਲੈ ਜੂਗੀ ਬੇਕੁੰਠ ਮਨਾ ਮੇਰਾ ਇੱਕ ਘੜੀ ਸਤ ਸੰਗ ਦੀ ਤੈਨੂੰ ਲੈ ਜੂਗੀ ਬੇਕੁੰਠ ਮਨਾ ਮੇਰਿਆ
ਇੱਕ ਘੜੀ ਸਤ ਸੰਗ ਦੀ ਤੈਨੂੰ ਲੈ ਜੂਗੀ ਬਿਕੁੰਠ ਮਨਾ ਮੇਰਿਆ ਇੱਕ ਘੜੀ ਸਤ ਸੰਗ ਦੀ ਤੂੰ ਲੈ ਜੂਗੀ ਬਿਕੁੰਠ ਮਨਾ ਮੇਰਿਆ ਇੱਕ ਘੜੀ ਸਤ ਸੰਗ ਦੀ ਤੈਨੂੰ ਲੈ ਜੂਗੀ ਬੈਕੁੰਠ ਮਨਾ ਮੇਰਿਆ ਇੱਕ ਘੜੀ ਸਤ ਸੰਗ ਦੀ ਤੈਨੂੰ ਲੈ ਜੂਗੀ ਬੈਕੁੰਠ ਮਨਾ ਮੇਰਿਆ ਇੱਕ ਘੜੀ ਸਤ ਸੰਗ ਦੀ ਤੈਨੂੰ ਲੈ ਜੂਗੀ ਬੈਕੁੰਠ ਮਨਾ ਮੇਰਿਆ ਇੱਕ ਘੜੀ ਸਤ ਸੰਗ ਦੀ ਤੈਨੂੰ ਲੈ ਜੂਗੀ ਬੈਕੁੰਠ ਮਨਾ ਮੇਰਿਆ ਇੱਕ ਘੜੀ ਸਤ ਸੰਗ ਦੀ ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਜੋ ਕਿ ਆਪਾਂ ਸਾਰੇ ਰਲ ਮਿਲ ਕੇ ਦੁਨੀਆ ਦੇ ਮਾਲਕ ਚਵਰ ਤਖਤ ਛਤਰ ਦੇ ਮਾਲਕ ਸ਼ਬਦ ਗੁਰੂ ਸ਼ਰਧਾ ਅਵਤਾਰ ਨਾਮ ਬਾਣੀ ਕੇ ਬੋਹਿਤ ਗੱਦੀ ਤੇ ਸੁਭਾਏਮਾਨ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਜੁੜੇ ਆ ਜਿੱਥੇ ਸਤਿਗੁਰੂ ਜੀ ਦੇ ਚਰਨਾਂ 'ਚ ਜੁੜਨਾ ਕੀਤਾ ਉੱਥੇ ਸਤਿਗੁਰੂ ਜੀ ਦੀ ਚਰਨ ਛੋਹ ਪਾਵਨ ਧਰਤੀ ਤੇ ਜੁੜੇ ਆ ਜਿੱਥੇ ਸਤਿਗੁਰੂ ਜੀ ਦੀ ਚਰਨ ਛੋਹ ਧਰਤੀ ਤੇ ਜੁੜੇ ਆ ਉੱਥੇ ਨਾਲ ਹੀ ਸਾਨੂੰ ਸਾਲਾਨਾ ਸਮਾਗਮ ਔਰ ਸੱਚੇ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਪੁਰਬ ਤੇ ਜੁੜਨਾ ਕੀਤਾ ਹੈ ਵੱਡੀਆਂ ਬਖਸ਼ਿਸ਼ਾਂ ਵੱਡੀਆਂ ਰਹਿਮਤਾਂ ਗੁਰੂ ਸਾਹਿਬ ਦੀਆਂ ਸਾਡੇ ਤੇ ਹੋਈਆਂ ਜੋ ਕਿ ਸਾਡੇ ਮਨਾਂ ਨੂੰ ਪ੍ਰੇਰ ਕੇ ਮਹਾਰਾਜ ਆਪਣੇ ਚਰਨਾਂ 'ਚ ਲੈ ਕੇ ਆਏ ਪ੍ਰਬੰਧਕਾਂ ਦਾ ਵੱਡਾ ਉਪਰਾਲਾ ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਸੋ ਆਪਾਂ ਸਾਰੇ ਇਕੱਤਰ ਹੋ ਕੇ ਬੈਠੇ ਆਓ ਜਿੰਨਾ ਸਮਾਂ ਬਾਕੀ ਰਹਿੰਦਾ ਹੈ ਦਾਸ ਤੋਂ ਪਹਿਲਾਂ ਆਪ ਜੀ ਨੇ ਬੜੇ ਪਿਆਰ ਦੇ ਨਾਲ ਰਾਗੀ ਢਾਡੀ ਗੁਰਮੁਖਾਂ ਪਾਸੋਂ ਗੁਰਬਾਣੀ ਦੀਆਂ ਇਤਿਹਾਸ ਦੀਆਂ ਵਿਚਾਰਾਂ ਸਰਵਣ ਕੀਤੀਆਂ ਦੋਨੋਂ ਹੱਥ ਜੋੜ ਕੇ ਸੀਸ ਨਵਾ ਕੇ ਗੱਜ ਕੇ ਫਤਿਹ ਬੁਲਾਓ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ ਇੱਕ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜ਼ਰੂਰੀ ਬੇਨਤੀ ਆ ਮੈਂ ਕੱਲ ਵੀ ਕੀਤੀ ਸੀ ਮਾਵਾਂ ਵਾਲੇ ਪਾਸੇ ਭੈਣਾਂ ਵਾਲੇ ਪਾਸੇ ਬੱਚੇ ਆ ਜਿਹੜੇ ਉਹ ਕਾਫੀ ਦੌੜਦੇ ਆ ਭੱਜਦੇ ਆ ਪ੍ਰਬੰਧਕਾਂ ਨੂੰ ਵੀ ਔਰ ਜਿਨ੍ਹਾਂ ਮਾਵਾਂ ਭੈਣਾਂ ਨਾਲ ਬੱਚੇ ਆਏ ਆ ਬੇਨਤੀ ਆ ਉਹਨਾਂ ਨੂੰ ਕਿ ਥੋੜਾ ਜਿਹਾ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਖਿਆਲ ਰੱਖਦੇ ਹੋਏ ਕਿ ਅਸੀਂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ ਬੱਚਿਆਂ ਨੂੰ ਗੋਦ 'ਚ ਬਿਠਾ ਕੇ ਇਹ ਆਸੀਸ ਦੇਣੀ ਹੈ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਮਾਂ ਦਾ ਆਸ਼ੀਰਵਾਦ ਪਿਤਾ ਦਾ ਆਸ਼ੀਰਵਾਦ ਕੀ ਹੋਣਾ ਚਾਹੀਦਾ ਸੋ ਬੇਨਤੀ ਹੈ ਜੁੜਨ ਦਾ ਯਤਨ ਕਰੀਏ ਸਤਿਗੁਰੂ ਜੀ ਦੀਆਂ ਮਹਾਨ ਬਖਸ਼ਿਸ਼ਾਂ ਮਹਾਨ ਕਿਰਪਾ ਵਰਤ ਰਹੀ ਆ ਮਹਾਰਾਜ ਜੀ ਦੀ ਬਖਸ਼ਿਸ਼ ਦੇ ਪਾਤਰ ਬਣੀਏ ਸਤਿਗੁਰੂ ਜੀ ਦੀ ਕਿਰਪਾ ਨੂੰ ਆਪਣੀ ਝੋਲੀ 'ਚ ਪਵਾਈਏ ਕਿਉਂਕਿ ਮਹਾਰਾਜ ਕਹਿੰਦੇ ਆ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਮਹਿਨ ਕਹਿੰਦੇ ਮੈਨੂੰ ਬੜੇ ਸੋਹਣੇ ਲੱਗਦੇ ਆ ਜਿਹੜੇ ਸਾਹਮਣੇ ਆ ਕੇ ਸੰਗਤ ਵਿੱਚ ਬਹਿੰਦੇ ਬੜੇ ਚੰਗੇ ਲੱਗਦੇ ਆ ਬੜੇ ਪਿਆਰੇ ਲੱਗਦੇ ਆ ਸੋ ਕੋਸ਼ਿਸ਼ ਕਰਨੀ ਹੈ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਗੁਰੂ ਨੂੰ ਸੋਹਣੇ ਲੱਗ ਜਾਈਏ ਦੁਨੀਆ ਲਈ ਸੋਹਣੇ ਹੋ ਕੇ ਵੇਖ ਲਿਆ ਸੰਸਾਰ ਲਈ ਸੋਹਣੇ ਹੋ ਕੇ ਵੇਖਿਆ ਪਰ ਦੁਨੀਆ ਨੇ
ਪ੍ਰਵਾਨ ਨਹੀਂ ਕੀਤਾ। ਜਿਹੜਾ ਕੁਝ ਦੁਨੀਆ ਲਈ ਕੀਤਾ ਦੁਨੀਆ ਨੇ ਚੰਗਾ ਨਹੀਂ ਕਿਹਾ। क्योंकि तुलसी जी ये गल लिखते हैं, कहते तुलसी इस संसार में भांत भांत के लोग सब मह रल मिल काटिया नदरी आवन संजोग। ये दुनिया कई बार सुभाव बन जाता है ना, आदत जाती नहीं। लिखिया ना वारे शाह ना आदतां जांदियां ने भावें कट्टिए पोरियां पोरियां। असल विच गुरु साहिब ने साडे ते बख्शिश कीती है, दुनिया नूं खुश करन दे लई बड़े यतन कीते, संसार नूं सोहणे लगन लई बड़े यतन कीते, पर संसार ने फिर भी सानूं सोहणे नहीं किया। ते महाराज कहंदे एक बार तूं महाराज दे चरनां च आ जा, शब्द सुन लै, गुरबाणी सुन लै, तैनूं ये गल पता लग जाएगी। सही सुंदर सोहणे साध संग जन बहने। ਜਿਹੜੇ ਸਤ ਸੰਗਤ ਵਿੱਚ ਆ ਕੇ ਬਹਿੰਦੇ ਆ, ਜਿਹੜੇ ਗੁਰੂ ਦੀ ਗੱਲ ਸੁਣਦੇ ਆ, ਉਹ ਬੜੇ ਸੋਹਣੇ ਲੱਗਦੇ ਆ। ਕਿਉਂਕਿ ਇੱਥੇ ਗੱਲ ਕੱਦਾਂ ਦੀ ਨਹੀਂ ਸੰਗਤ ਜੀ, ਗੱਲ ਕਿਰਦਾਰਾਂ ਦੀ ਆ, ਗੱਲ ਸ਼ਕਲਾਂ ਦੀ ਨਹੀਂ, ਗੱਲ ਅਕਲਾਂ ਦੀ ਆ, ਗੱਲ ਸੂਰਤਾਂ ਦੀ ਨਹੀਂ, ਗੱਲ ਸੀਰਤਾਂ ਦੀ ਆ। ਕਈ ਵਾਰ ਆਪਾਂ ਵੇਖਦੇ ਆ ਨਾ, ਕਹਿੰਦੇ ਫਲਾਣਾ ਬੰਦਾ ਰੰਗ ਦਾ ਪੱਕਾ ਹੈ पर गल्लां बड़ियां चंगियां करदा है, गल्लां बड़ियां सियाणियां करदा है। फलाणियां दे घर नूं आई है पर रंग दी ठीक नहीं, पर आचरण दी बड़ी चंगी है। भाव कहण दा इत्थे रंग नहीं वेखे जाने, इत्थे कद नहीं वेखे जांदे, इत्थे ते किरदार वेखे जांदे आ, इत्थे आचरण वेख्या जाता है, सुभाव वेख्या जाता है। असी अंदरों किहो जिहा ये वेख्या जाना। गल्लां करके ते चंगे बन जावांगे, पर बाबा जी कहंदे आ ना, गल्ली असी चंगियां आचारी बुरियां हां, मनो कसुधा कालियां बाहर चटवियां। गल्लां करके बड़े चंगे आ। महाराज कहंदे मैनूं परवाह नहीं, चंगियां गल्लां करन वाला, चंगे कपड़े पाउण वाला, सिर्फ कलियां गल्लां ही चंगियां करदा होवे, बाहरला दिखावा ही चंगा होवे, अंदरों बड़ा माड़ा है। महाराज कहंदे नहीं, मैनूं परवाह नहीं है, क्योंकि सतगुरु जी साडे अंदर दी गल जाणदे। महाराज अंदर दी गल जाणदे आ, पता होना चाहिए। ते संगत जी आपे नूं समारन दा यतन करिए, सवार लईए आपा। ते बाबा जी कहंदे आप सवार, अपने आप नूं सवारन दा यतन कर। जदों अपने आप नूं ठीक कर लवेगा ना, फिर सारा कुछ ठीक हो जाना। जिद्दां मां अपनी धी नूं कोल बिठा के मत दिंदी है ना कि धीए आ काम करना सिख लै, इदां बुलाईदा, इदां सत्कार करीदा, ਵੱਡਿਆਂ ਦੇ ਪੈਰੀ ਹੱਥ ਲਾਈਦੇ ਆ, ਆ ਚੀਜ਼ ਇਦਾਂ ਬਣਦੀ ਹੈ। ਹਰ ਸਿੱਖਿਆ ਕਹਿਣ ਤੋਂ ਭਾਵ ਮਾਂ ਆਪਣੀ ਧੀ ਨੂੰ ਦਿੰਦੀ ਹੈ। ਕਿਉਂ? ਕਿਉਂਕਿ ਮਾਂ ਨੂੰ ਪਤਾ ਹੈ ਧੀ ਨੂੰ ਕਵੇ ਕੋਈ ਨਾ ਕਵੇ, ਪਰ ਮੈਨੂੰ ਜ਼ਰੂਰ ਕਹਿਣਗੇ ਵੀ ਕਿਦਾਂ ਦੀ ਮਾਂ ਕੁਚੱਜੀ ਸੀ, ਜਿੰਨੇ ਕੁਝ ਸਿਖਾਇਆ ਹੀ ਨਹੀਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਗੱਲ ਮਾਂ ਤੇ ਜਾਂਦੀ ਆ। ਕਿਉਂ ਜੀ ਮਾਂ ਸੀ ਜਿੰਨੇ ਕੁਝ ਦੱਸਿਆ ਹੀ ਨਹੀਂ। ਆਪਾਂ ਵੇਖਦੇ ਆ ਸਿਆਣੀਆਂ ਮਾਵਾਂ ਜਿਹੜੀਆਂ, ਸਿਆਣੀਆਂ ਧੀਆਂ ਜਿਹੜੀਆਂ, ਉਹ ਗੱਲ ਧਿਆਨ ਨਾਲ ਸੁਣਦੀਆਂ ਮਾਪਿਆਂ ਦੀ। ਤੇ ਫਿਰ ਇੱਕ ਦਿਨ ਨਾਲੇ ਤੇ ਮਾਪਿਓ ਦਾ ਸਿਰ ਉੱਚਾ, ਨਾਲੇ ਮਾਪਿਓ ਨੂੰ ਮਾਣ ਦਿਵਾਉਂਦੀਆਂ ਨੇ, ਤੇ ਨਾਲੇ ਆਪ ਮਾਣ ਪਾਉਂਦੀਆਂ। ਇਸੇ ਤਰ੍ਹਾਂ ਅਸੀਂ ਵੀ ਆ ਦੁਨੀਆ ਦੇ ਵਿੱਚ, ਇਹ ਸਾਡਾ ਦੇਸ਼ ਨਹੀਂ ਆ, ਇੱਥੇ ਅਸੀਂ परदेश आए हैं। एक दिन असी भी व्याहे जाना है। बाबा जी कहते सबन है सौरै वंजना सब मकलावन हार। एक दिन असी ए देश नूं छड्ड के जाना है। निश्चा कर लो, पक्का कर लो, ये गल नूं मान लो कि एक दिन असी इनू छड्ड के जावांगे। अज जाइए, कल जाइए, 10 साल नूं जाइए, 20 सालां नूं जाइए, 100 साल दे होके जाइए। आ सारा कुछ छड्ड के
ਜਾਣਾ ਹੀ ਜਾਣਾ ਹੈ, ਇੱਥੇ ਰਹਿਣਾ ਨਹੀਂ। ਤੇ ਹੁਣ ਜਾਣਾ ਤੇ ਜਾਣ ਦੀ ਤਿਆਰੀ ਕੀ ਕੀਤੀ ਆ? ਕੱਖ ਵੀ ਨਹੀਂ। ਕਮਾਲ ਦੀ ਗੱਲ ਹੈ ਨਾ। ਰਿਸ਼ਤੇਦਾਰੀ 'ਚ ਜਾਣਾ ਹੋਵੇ, ਕਿਸੇ ਪ੍ਰੋਗਰਾਮ ਤੇ ਜਾਣਾ ਹੋਵੇ, ਤੇ ਹਰ ਬੰਦਾ ਕਹਿੰਦਾ ਤਿਆਰੀ ਕਰਕੇ ਜਾਓ ਬਈ। ਤੇ ਜੇ ਕੋਲ ਪੈਸਾ ਨਾ ਹੋਵੇ, ਧਨ ਨਾ ਹੋਵੇ, ਤਿਆਰੀ ਨਾ ਹੋਵੇ, ਤੇ ਕਹਿੰਦਾ ਮੈਂ ਕਿਵੇਂ ਜਾਵਾਂ, ਮੇਰੇ ਤੇ ਪੱਲੇ ਕੁਝ ਹੈ ਨਹੀਂ। ਉੱਥੇ ਕੀ ਮੂੰਹ ਵਿਖਾਵਾਂਗੇ ਰਿਸ਼ਤੇਦਾਰਾਂ 'ਚ ਜਾ ਕੇ? ਰਿਸ਼ਤੇਦਾਰਾਂ ਦਾ ਤੇ ਡਰ ਹੈ, ਦੁਨੀਆ ਦਾ ਤੇ ਡਰ ਹੈ। ਜਿਹਦਾ ਡਰ ਰੱਖਣਾ ਸੀ ਉਹਦਾ ਡਰ ਰੱਖਿਆ ਹੀ ਨਹੀਂ। ਰਿਸ਼ਤੇਦਾਰਾਂ ਨੂੰ ਤੇ ਮੂੰਹ ਵਿਖਾ ਸਕਦਾ ਹੈ ਸਜਣਾ। ਜਿੱਥੇ ਤੂੰ ਜਾਣਾ, ਜੇ ਨਾਮ ਦੀ ਕਮਾਈ ਨਾ ਕੀਤੀ ਤੇ ਉੱਥੇ ਕਿਹੜਾ ਮੂੰਹ ਵਿਖਾਏਗਾ, ਕੀ ਜਵਾਬ ਦੇਏਗਾ? ਚਿਤ੍ਰਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ। ਫਿਰ ਉੱਥੇ ਕੀ ਜਵਾਬ ਦੇਏਗਾ? ਉੱਥੇ ਫਿਰ ਜਵਾਬ ਨਹੀਂ ਆਉਣਾ। ਇਸ ਕਰਕੇ ਬਾਬਾ ਜੀ ਸਾਨੂੰ ਰੋਜ਼ ਇਹ ਗੱਲ ਕਹਿੰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸੱਚੀ ਬਾਣੀ, ਸੱਚੀ ਗੱਲ ਨੂੰ ਸੁਣਨਾ ਕਰੋ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀਆਂ। ਉੱਥੇ ਫਿਰ ਜਵਾਬ ਨਹੀਂ ਕੋਈ ਆਉਣਾ, ਕਿਉਂਕਿ ਜਦੋਂ ਲੇਖਾ ਮੰਗਿਆ ਜਾਏਗਾ ਨਾ। ਧਰਮ ਰਾਜੇ ਨੇ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਗਾ। ਧਰਮ ਰਾਏ ਨੇ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਗਾ। ਰਾਏ ਨੇ ਲੇਖਾ ਜਦੋਂ ਮੰਗਿਆ, ਫੇਰ ਕੀ ਜਵਾਬ ਦੇਵੇਗਾ। ਜਦੋਂ ਰਾਏ ਨੇ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਗਾ। ਧਰਮ ਰਾਏ ਨੇ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਗਾ। ਜਦੋਂ ਧਰਮ ਰਾਏ ਨੇ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਗਾ। ਧਰਮ ਰਾਏ ਨੇ ਲੇਖਾ ਜਦੋਂ ਮੰਗਿਆ, ਫੇਰ ਕੀ ਜਵਾਬ ਦੇਵੇਗਾ। ਜਦੋਂ ਧਰਮ ਰਾਏ ਨੇ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਗਾ। ਧਰਮ ਰਾਏ ਜਬ ਲੇਖਾ ਮੰਗੈ, ਕਹਿੰਦੇ ਜਦੋਂ ਉਹਨੇ ਲੇਖਾ ਮੰਗਣਾ ਤੇ ਕੋਈ ਜਵਾਬ ਨਹੀਂ ਆਉਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਿਤ੍ਰਗੁਪਤ ਜਦੋਂ ਲੇਖਾ ਮੰਗੇਗਾ ਫਿਰ ਜਵਾਬ ਨਹੀਂ ਆਏਗਾ। ਸੰਗਤ ਜੀ, ਅੱਜ ਸਾਡੇ ਤੋਂ ਰੋਜ਼ ਚਿੱਤਰ ਜਿਹੜਾ ਗੁਪਤ ਚਿੱਤਰ ਸਾਡੇ ਤੋਂ ਲੇਖਾ ਮੰਗਦਾ, ਬੰਦਾ ਰੋਜ਼ ਮਰਦਾ ਹੈ, ਜਵਾਬ ਨਹੀਂ ਆ। ਅਸੀਂ ਸੋਚਦੇ ਹਾਂ ਉਹ ਕਿੱਦਾਂ ਮੰਗ ਰਹੇ ਆ। ਇੱਕ ਤੇ ਤਸਵੀਰ ਹੈ ਸਾਹਮਣੇ, ਇੱਕ ਤੇ ਚਿੱਤਰ ਹੁੰਦਾ ਸਾਹਮਣੇ ਬਣਿਆ ਹੋਇਆ, ਇੱਕ ਹੁੰਦਾ ਗੁਪਤ ਚਿੱਤਰ ਜਿਹੜਾ ਦਿਸਦਾ ਨਹੀਂ, ਜਿਹੜਾ ਸਾਡੇ ਅੰਦਰ ਬਣਿਆ ਹੋਇਆ ਹੈ। ਕਿਉਂਕਿ ਉਹ ਅਸੀਂ ਕਿਸੇ ਨੂੰ ਦੱਸਦੇ ਨਹੀਂ ਆ। ਕੋਈ ਵੀ ਤੁਹਾਨੂੰ ਇਦਾਂ ਦਾ ਨਹੀਂ ਮਿਲੇਗਾ। ਇਦਾਂ ਦੇ ਜ਼ਰੂਰ ਮਿਲਣਗੇ ਜਿਹੜੇ ਇਹ ਲਿਖ ਕੇ ਦੇਣਗੇ, ਮੈਂ ਗੁਰੂ ਘਰ ਨੂੰ ਇੰਨੇ ਪੱਖੇ ਦਾਨ ਕੀਤੇ, ਮੈਂ ਗੁਰੂ ਘਰ ਨੂੰ ਆਹ ਚੀਜ਼ ਦਾਨ ਕੀਤੀ, ਮੈਂ ਗੁਰੂ ਘਰ ਨੂੰ ਆਹ ਦਾਨ ਕੀਤਾ। ਵੱਡੇ ਵੱਡੇ ਨਾਮ ਲਿਖੇ ਮਿਲ ਜਾਣਗੇ। ਹਰ ਬੰਦਾ ਕਹੇਗਾ ਮੈਂ ਇੰਨਾ ਚੰਗਾ ਵਾਂ, ਪਰ ਕੋਈ ਇਦਾਂ ਦਾ ਨਹੀਂ ਮਿਲੇਗਾ ਜਿਹੜਾ ਕਹੇ ਕਿ ਇੰਨਾ ਕੁ ਚੰਗਾ ਤੇ ਇੰਨਾ ਮਾੜਾ ਵੀ ਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਤਾ ਸਾਨੂੰ ਸਾਰਿਆਂ ਨੂੰ ਹੈ ਕਿ ਅਸੀਂ ਕਿੰਨੇ ਕੁ ਚੰਗੇ ਆ ਤੇ ਕਿੰਨੇ ਕੁ ਮਾੜੇ ਆ। ਚੰਗਿਆਈਆਂ ਦੱਸਣ ਲਈ ਹਰ ਬੰਦਾ ਤਿਆਰ ਹੈ, ਆਪਣੇ ਗੁਣ ਦੱਸਣ ਲਈ ਹਰ ਬੰਦਾ ਤਿਆਰ ਹੈ, ਪਰ ਇਦਾਂ ਦਾ ਕੋਈ ਨਹੀਂ ਆ ਜਿਹੜਾ ਕਹੇ ਕਿ ਮੈਂ ਇੰਨਾ ਮਾੜਾ ਵੀ ਆ, ਮੈਂ ਇੰਨਾ ਮਾੜਾ ਵੀ ਆ। ਤਾਈਓ ਤੇ ਸਤਿਗੁਰੂ ਜੀ ਤੇ ਕਹਿੰਦੇ ਆ ਨਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਓਟ ਪਰਾਧੀ ਕਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਭਰਿਆ ਰੇ।
कोई नहीं मिलना संगत जी। पर यह सानू पक्का पता है कि असी किन्ने गलत काम, किन्नियां बुराइयां, किन्ने पाप कीते होए आ, सानू सारियां नू पता है। अंदर दी गल नू असी सारे जानते हैं। ते ओ जेड़ा गुप्त चित्र अंदर बन रहा है, जदों तू पाप कीता घरदियां तो पर्दा रखिया, पाप कीता घर वाली तो पर्दा रखिया, घर वाले तो पर्दा रखिया, बच्चियां तो पर्दा रखिया, मापियां तो पर्दा रखिया, दुनिया तो पर्दा रखिया, संसार तो पर्दा रखिया, दुनिया वाले कैमरियां तो भी बचदा रहा। पर एक गल भुल गया कि जिदे तो पर्दा रखना सी ते सामने वेखदा पिया है। गज के आखो सतनाम श्री वाहिगुरु। पढ़दे हैं ना बचन महाराज दे आसा की वार दे विच बाबा जी कहंदे चित्तै अंदर सबको वेख नदरी हेठ चलाएंदा, आपे दे वडियाइयां आपे ही कर्म कराएंदा, वड्डो वड्डा वड बेदनी सिरे सिर थंदे लाएंदा। ते फिर वो अंदर जेड़ा माड़ा चित्र पैदा हो गया ना, गुप्त चित्र है, वो सानू रोज कोसदा है, रोज अंदरों साडे तो लेखा मंगदा है, पर साडे कोल जवाब कोई नहीं। ये हालात हो गए आ, असी अपनियां अखां विच अखां पा के नहीं वेख सकते, क्योंकि मैल इत्थे इन्नी ज्यादा इकट्ठी कर लई आ, नेगेटिविटी इन्नी ज्यादा असी इकट्ठी कर लई आ कि साडे कोल जवाब ही कोई नहीं। पर संगत जी हुण सबब बनिए, हुण मौका बनिए, लाहा लईए, मैल नूं धो लईए गुरु साहिब जी दे चरनां नाल जुड़ के। इदां ही ना जिंदगी लंघ जाए, बड़े चले गए, बड़ियां ने चले जाना। किसी ने लिखिया कुछ आहों में कट गई, कुछ राहों में कट गई, कुछ रोते में कट गई, कुछ सोते में कट गई, कुछ खाते में कट गई, कुछ पीते में कट गई। मंजिल पर चलने वाले तो मंजिल पर पहुंच गए, राहों बदलने वालों की राहों में कट गई। वो राहां च रह गए जेड़े राह बदलते रहे, अज जिथे कल नूं किते होर, परसों किते होर। ते संगत जी जिन्हां ने एक ते टेक रखी, एक ते भरोसा रखिया, एक ते यकीन रखिया, अज वो मंजिलां नूं पा गए आ, पहुंच गए आ, उन्हां नूं मंजिल प्राप्त हो गई आ। वो अज ये गल कहंदे पए आ, दाता जी मैनू पता सी ये गल दा जम का ठींगा बुरा है, वो नहीं सहया जाए, एक जो साधु मोहे मिलियो तिन लिया अंचल लाए। महाराज तुसी कृपा करके मैनू चरनां नाल जोड़ लिया, नहीं ते बड़ा बुरा हाल होना सी। आना पएगा, ढहना पएगा, गुरु साहिब जी दे चरनां विच हाथ जोड़ के बेनती करनी पएगी, मिहनत करनी पैनी। दाता जी कृपा करो, तेरा कीता जातो नाही मैनो जोग कीत होई, मैं निर्गुण आरे आपे तरस पया, मैं रहमत होई, सतगुर सजन मिलिया, नानक नाम मिले ता जीवा तन मन थीवे। पर असल पढ़ते रोज आ, सुनते रोज आ, मन्निया नहीं आ, उन्ना चक आनंद बनना ही नहीं जिन्ना चक नहीं मनांगे। ते जिद्दन मन लवांगे ना, जिद्दन गुरु दे बचन नूं कमा लवांगे, आनंद बन जाना है। ये सारा कुछ छुट जाएगा। पढ़ते हैं ना बचन बारे, कहते जिन्नी नाम ध्याया गए मसकत घाल, नानक ते मुख उजले केती छुट्टी नाल। कहते नाल दी नाल छुटकारा हो जाना, भटकना नहीं पएगा। कदों जदों असी जुड़ांगे, जिन्नी नाम ध्याया, जदों नाम जपना शुरू करांगे। बाबा जी कहते कोई गावे को सुने हर नामा चित लाए, कहो कबीर संसा नहीं अंत परमगत पाए। वेला वक्त समा साडे कोल, जे लंघ गया इन्हें मुड़ के नहीं आना। तैयारी कर लीए संगत जी, अपने मन नूं कहिए। मैं कल भी बेनती करदा सी, कोई भी गल करदे आ अपने आप ते लाइए भी ये मेरे च खामियां ने, मेरे च गलतियां ने, मेरे च भुल्लां ने। एक एक औगण छड्डदे जाओ, गुणां नूं इकट्ठे करदे जाओ, एक दिन गुणवान बन जावांगे। पर याद रखियो, जे गुणां नूं छड्डदे गए, औगण इकट्ठे करदे गए, एक दिन ढेर लग जाना औगणां दा। फिर बाबा जी कहंदे अवगुण भरै एक गुण नाही, अमृत छाड़ बिखे खाई। फिर जवाब कोई नहीं आ, फिर बड़ा औखा ते मुश्किल हो जाना।
ਇਹ ਜ਼ਿੰਦਗੀ ਬੜੀ ਕੀਮਤੀ ਆ, ਮੁੜ ਕੇ ਕਿਸੇ ਵੀ ਕੀਮਤ ਤੇ ਮਿਲਣੀ ਨਹੀਂ ਆ। ਇੱਕ ਵਾਰ ਹੱਥੋਂ ਲੰਘ ਗਈ, ਮੈਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਫੜ ਰਹੀ ਤਰੀਕ ਸਮੇਂ ਖਿਸਖਾਈ ਕੰਨੀ, ਲੰਬੇ ਇਸ ਦੇ ਬੇਗ ਟੱਪ ਗਿਆ ਬੰਨੇ ਬੰਨੀ, ਇਹ ਠਹਿਰਨ ਜਾਂਚ ਨਹੀਂ ਜਾਣਦਾ, ਲੰਘ ਗਿਆ ਨਹੀਂ ਮੁੜ ਕੇ ਆਉਂਦਾ। ਬੜੀ ਤੇਜ਼ੀ ਨਾਲ ਲੰਘਦਾ ਜਾਂਦਾ ਹੈ, ਰੁਕਦਾ ਨਹੀਂ ਆ। ਇਹ ਸਫਲ ਉਡੰਦਾ ਜਾਮਦਾ, ਲੰਘ ਗਿਆ ਨਹੀਂ ਮੁੜ ਕੇ ਆਉਂਦਾ। ਜ਼ਿੰਦਗੀ ਦਾ ਕਿੰਨਾ ਸਮਾਂ ਲੰਘ ਗਿਆ, ਪਤਾ ਨਹੀਂ ਕਿੰਨਾ ਕੋ ਰਹਿੰਦਾ, ਲਾਹੇ ਲਈਏ। ਨਿਤਨੇਮ ਸਿਮਰਨ ਬੰਦਗੀ ਕਰਨਾ ਸ਼ੁਰੂ ਕਰ ਦਈਏ, ਕਿਉਂਕਿ ਜੇ ਨਿਤਨੇਮ ਨਾ ਕੀਤਾ, ਬੰਦਗੀ ਨਾ ਕੀਤੀ, ਸਿਮਰਨ ਨਾ ਕੀਤਾ ਤੇ ਬੜਾ ਔਖਾ ਹੋ ਜਾਣਾ, ਬੜਾ ਮੁਸ਼ਕਲ ਹੋ ਜਾਏਗਾ। ਕਿਉਂਕਿ ਬਾਬਾ ਜੀ ਕਹਿੰਦੇ ਜਦੋਂ ਜਾਣਾ ਨਾ, ਆ ਸਾਰਾ ਕੁਝ ਇੱਥੇ ਹੀ ਰਹਿ ਜਾਣਾ, ਕੱਖ ਵੀ ਨਾਲ ਨਹੀਂ ਜਾਣਾ। ਬਾਬਾ ਜੀ ਦੇ ਵਚਨ ਰੋਜ਼ ਪੜ੍ਹਦੇ ਆ, ਜਿਹੜੇ ਪੜ੍ਹਦੇ ਆਸਾ ਕੀ ਵਾਰ ਪਤੇ, ਉਹਨਾਂ ਨੂੰ ਬਾਬਾ ਜੀ ਰੋਜ਼ ਕਹਿੰਦੇ ਆ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਭਾਵਨਾ, ਹੁਕਮ ਕੀਏ ਮਨ ਭਾਵੰਦੇ, ਰਾਪੀ ਰਹਿ ਕੇ ਜਾਵਣਾ। ਬੜਾ ਔਖਾ ਹੋਣਾ, ਕੱਪੜੇ ਵੀ ਇੱਥੇ ਰਹਿ ਜਾਣੇ ਆ, ਕੱਪੜ ਰੂਪ ਸੁਹਾਵਣਾ, ਸੋਨਾ ਰੰਗ ਰੂਪ ਵੀ ਇੱਥੇ ਰਹਿ ਜਾਣਾ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਇੱਥੇ ਹੀ ਛੱਡ ਜਾਣਾ। ਨਾਲ ਕੀ ਜਾਣਾ? ਕਰਮਾਂ ਨੇ, ਚੰਗੇ ਕਰਮ ਬੀਜੇ ਹੋਏ ਨਾਲ ਜਾਣਗੇ। ਬਾਬਾ ਜੀ ਕਹਿੰਦੇ ਵੇਲੇ ਤੇਰੇ ਕੋਲ ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਹੁਣ ਤੇਰੇ ਕੋਲ ਸਮਾਂ ਅਜੇ ਵੀ ਵੇਲੇ, ਬੀਜ ਬੀਜ ਲੈ ਨਾਮ ਦਾ। ਇਹ ਮਨ ਨੂੰ ਬਣਾ ਕੇ ਹਾਲੀ, ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ। ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ। ਇਸ ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ। ਇਸ ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ। ਇਸ ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ। ਇਸ ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ। ਇਸ ਮਨ ਨੂੰ ਬਣਾ ਕੇ ਹਾਲੀ, ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ। ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ। ਇਸ ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ। ਇਸ ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ। ਇਸ ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ। ਇਸ ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ ਨਾਮ ਬੀਜ ਲੈ। ਪੜਿਓ ਨੀ ਮਨ ਨੂੰ ਬਣਾ ਕੇ ਹਾਲੀ, ਦੇਹੀ ਦੇ ਵਿੱਚ। ਰੱਜ ਕੇ ਪੜਿਓ ਭਾਈ ਸਾਰੇ। ਦੇਹੀ ਦੇ ਵਿੱਚ ਨਾਮ ਬੀਜ ਲੈ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਸੰਗਤ ਜੀ ਬੈਠੇ ਜ਼ਰੂਰ ਆ ਇੱਥੇ, ਪਰ ਸੁਰਤ ਸਰਤ ਇੱਥੇ ਹੈ ਨਹੀਂ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਬੋਲੀ ਜਾ ਰਿਹਾ, ਤੁਹਾਡੇ ਕੰਨ ਸੁਣੀ ਜਾ ਰਹੇ, ਇਧਰੋਂ ਸੁਣ ਕੇ ਇੱਧਰ ਜਾ ਰਹੇ ਆ, ਕੋਈ ਅਸਰ ਨਹੀਂ ਆ, ਕੋਈ ਫਾਇਦਾ ਨਹੀਂ ਹੋਣਾ। ਸੱਚ ਕਰਕੇ ਜਾਣਿਓ,
ਜੇ ਇਦਾਂ ਹੀ ਸੁਭਾਅ ਬਣਾਈ ਰੱਖਿਆ ਨਾ, ਬੜੀ ਉਮਰ ਲੰਘ ਗਈ ਇਦਾਂ ਹੀ ਸੁਣਦੇ, ਬਸ ਲੰਘਾ ਦਿੱਤਾ, ਸੁਣਿਆ ਲੰਘਾ ਦਿੱਤਾ। ਅਸਲ ਵਿੱਚ ਜ਼ਰੂਰੀ ਆ। ਸਾਡੇ ਨਾਲ ਇੱਕ ਟੀਚਰ ਹੁੰਦੇ ਸੀ, ਉਹ ਬੜੇ ਸੂਝਵਾਨ, ਬੜੇ ਸਿਆਣੇ ਸੀ, ਕਿਉਂਕਿ ਟੀਚਰ ਵੈਸੇ ਹੀ ਸਿਆਣੇ ਹੁੰਦੇ। ਉਹਨਾਂ ਨੇ ਜਦੋਂ ਕਲਾਸ ਅਟੈਂਡ ਕਰਨੀ, ਪੜਾਉਂਦੇ ਹੋਣਾ ਨਾ, ਪੜਾਉਂਦੇ ਪੜਾਉਂਦੇ ਇੱਕਦਮ ਕਹਿੰਦੇ ਜੋ ਮੈਂ ਲਾਈਨ ਬੋਲਦਾ ਸੀ ਬੋਲੋ, ਤੇ ਉਹ ਵੇਲੇ ਇੱਕ ਦੋ ਜਾਣੀਆਂ ਦੀ ਬੋਲ ਹੋਣੀ, ਕਿਉਂਕਿ ਬਾਕੀਆਂ ਦੀ ਸੁਰਤ ਹੀ ਨਹੀਂ ਸੀ ਹੁੰਦੀ ਉੱਥੇ। ਕਹਿੰਦੇ ਮੈਂ ਵੇਖਦਾ ਇਹੀ ਸੀ ਵੀ ਕਿੰਨਿਆਂ ਕੋ ਦਾ ਧਿਆਨ ਹੈ। ਅਸਲ ਵਿੱਚ ਫਿਰ ਜਦੋਂ ਉਹ ਆਉਂਦੇ, ਫਿਰ ਐਕਟਿਵ ਹੋ ਕੇ ਅਸੀਂ ਬਹਿਣਾ। ਤੇ ਅੱਜ ਮਾਫ ਕਰਿਓ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੈਠੇ ਆ, ਅਸੀਂ ਆ ਬੋਡੀ ਲੈ ਕੇ ਆਏ ਆ, ਘਰੋਂ ਤੁਰੇ ਆ, ਪਹੁੰਚ ਗਏ ਆ, ਸਮਾਂ ਵੀ ਕੱਢਿਆ, ਬਸ ਬੈਠੇ ਆ, ਇਦਾਂ ਹੀ ਉੱਠ ਕੇ ਲੰਗਰ ਛਕਣਾ ਤੇ ਚਲੇ ਜਾਣਾ। ਫਾਇਦਾ ਕੀ ਹੋਇਆ? ਕੋਈ ਤੇ ਫਾਇਦਾ ਹੋਵੇ ਨਾ। ਆਊਟਪੁੱਟ ਕੀ ਹੈ? ਜਦੋਂ ਵੀ ਬਹਿਣਾ ਗੱਲ ਸਮਝ ਵਿੱਚ ਪਵੇ, ਆਨੰਦ ਲਈਏ ਗੁਰਬਾਣੀ ਦਾ। ਇੱਥੇ ਆ ਕੇ ਸਾਰਾ ਕੁਝ ਬਾਹਰ ਛੱਡ ਕੇ ਆਈਏ। ਜਦੋਂ ਮਹਾਰਾਜ ਦੇ ਚਰਨਾਂ 'ਚ ਬਹਿਣਾ, ਸਾਰਾ ਕੁਝ ਗੇਟਾਂ ਕੋਲ ਹੀ ਛੱਡਿਓ ਬਸ, ਫਿਰ ਆਨੰਦ ਬਣੇਗਾ ਜ਼ਰੂਰ। ਗੁਰੂ ਸਾਹਿਬ ਕਿਰਪਾ ਕਰਨਗੇ। ਤੇ ਜੇ ਨਾ, ਫਿਰ ਆਨੰਦ ਨਹੀਂ ਬਣਨਾ। ਸਾਰੇ ਪੜਿਓ ਇੱਕ ਵਾਰ ਜਾਗਰੂਕ ਹੋ ਕੇ, ਧਿਆਨ ਦੇ ਨਾਲ, ਬਿਨਾਂ ਸਾਜ਼ਾਂ ਤੋਂ ਸਾਰੀ ਪੜ ਲਿਓ। ਤੂੰ ਤਾਂ ਪੱਕੀਆਂ ਜੋੜਦਾ ਡਾਟਾ, ਮਰਨਾ ਤੈਨੂੰ ਯਾਦ ਨਹੀਂ। ਤੂੰ ਤਾਂ ਪੱਕੀਆਂ ਜੋੜ ਡਾਟਾ, ਮਰਨਾ ਤੈਨੂੰ ਯਾਦ ਨਹੀਂ। ਤੂੰ ਤੇ ਪੱਕੀਆਂ ਜੋੜਦਾ ਡਾਟਾ, ਮਰਨਾ ਤੈਨੂੰ ਯਾਦ ਨਹੀਂ। ਪੜਿਓ ਸਾਰੇ। ਪੱਕੀਆਂ ਜੋੜਦਾ ਡਾਟਾ, ਮਰਨਾ ਤੈਨੂੰ, ਤੂੰ ਤੇ ਪੱਕੀਆਂ ਜੋੜਦਾ ਡਾਟਾ, ਮਰਨਾ ਤੈਨੂੰ ਯਾਦ ਨਹੀਂ। ਸੌ ਸੌ ਕੇ ਗੁਜ਼ਾਰਦਾ ਰਾਤਾਂ, ਮਰਨਾ ਤੈਨੂੰ ਯਾਦ ਨਹੀਂ। ਅਸਲ ਵਿੱਚ ਨਾ, ਵਾਹ ਭਾਈ ਵਾਹ, ਗੱਜ ਕੇ ਸੌ ਸੌ ਕੇ ਗੁਜ਼ਾਰਦਾ ਰਾਤਾਂ, ਮਰਨਾ ਤੈਨੂੰ ਯਾਦ ਨਹੀਂ। ਸੌ ਸੌ ਕੇ ਗੁਜ਼ਾਰਦਾ, ਮਰਨਾ ਤੈਨੂੰ ਯਾਦ ਰੱਖੀਏ। ਸੰਗਤ ਜੀ ਧੰਨਵਾਦ ਸਾਰਿਆਂ ਦਾ। ਸੁਰਤ ਕਰਕੇ ਜੁੜੀਏ ਮਹਾਰਾਜ ਦੇ ਚਰਨਾਂ ਨਾਲ। ਐਸਾ ਆਨੰਦ ਹੈ ਸਿਮਰਨ ਦੇ ਵਿੱਚ, ਐਸਾ ਟਿਕਾਏ ਸਿਮਰਨ ਦੇ ਵਿੱਚ। ਜਦੋਂ ਜਪਾਂਗੇ, ਜਦੋਂ ਸੁਣਾਂਗੇ, ਆਨੰਦ ਹੀ ਆਨੰਦ ਹੈ। ਫਿਰ ਸੁਰਤ ਜੁੜ ਜਾਣੀ ਹੈ, ਦੁਨੀਆ ਭੁੱਲ ਜਾਣੀ ਹੈ। ਜਦੋਂ ਸੁਰਤ ਜੁੜੇਗੀ, ਫਿਰ ਦੁਨੀਆ ਭੁੱਲ ਜਾਣੀ ਹੈ। ਮਨ ਕਰਕੇ ਜੁੜੀਏ, ਛੱਡ ਦਈਏ ਦੁਨੀਆ ਦੇ ਖਿਆਲ। ਇਹ ਤੇ ਬਾਬਾ ਜੀ ਕਹਿੰਦੇ ਫਿਰ ਜਵਾਬ ਨਹੀਂ ਆਉਣਾ, ਸਮਾਂ ਬਣੇਗਾ ਨਾ। ਜਿੰਦੜੀ ਨ ਮਾਣੀ ਜਾਮ ਚੰਦਰੇ, ਜਿੰਦੜੀ ਨ ਮਾਣੀ ਜਾਮ ਚੰਦਰੇ, ਹੱਡ ਖੜਕਾ ਕੇ ਕੱਢ ਲੈਣਗੇ। ਜਿੰਦੜੀ ਨ ਮਾਣੀ ਜਾਮ ਚੰਦਰੇ, ਹੱਡ ਖੜਕਾ ਕੇ ਕੱਢ ਲੈਣਗੇ। ਜਿੰਦੜੀ ਨੇ ਮਾਣੀ ਜੰਮ ਚੰਦਰੇ, ਹੱਡ ਖੜਕਾ ਕੇ ਕੱਢ ਲੈਣਗੇ। ਜਿੰਦੜੀ ਨੇ ਮਾਣੀ ਜੰਮ ਚੰਦਰੇ, ਹੱਡ ਖੜਕਾ ਕੇ ਕੱਢ ਲੈਣਗੇ। ਜਿੰਦੜੀ ਨ ਮਾਣੀ ਜੰਮ ਚੰਦਰੇ, ਹੱਡ ਖੜਕਾ ਕੇ ਕੱਢ ਲੈਣਗੇ। ਜਿੰਦੜੀ ਨ ਮਾਣੀ ਜੰਮ ਚੰਦਰੇ, ਹੱਡ ਖੜਕਾ ਕੇ ਕੱਢ ਲੈਣਗੇ। ਜਿਨ੍ਹਾਂ ਨਾ ਹਰੀ ਦਾ ਨਾਮ ਜਪਿਆ, ਜਿਨ੍ਹਾਂ ਨਾ ਹਰੀ ਦਾ ਨਾਮ ਜਪਿਆ, ਜਿਨ੍ਹਾਂ ਨਾ ਹਰੀ ਦਾ ਨਾਮ ਜਪਿਆ,
ਨਾਮ ਜਪਿਆ ਜਿਨ੍ਹਾਂ ਨਾ ਹਰੀ ਦਾ ਨਾਮ ਜਪਿਆ ਜਿਨ੍ਹਾਂ ਨਾ ਹਰੀ ਦਾ ਨਾਮ ਜਪਿਆ ਜਿਨ੍ਹਾਂ ਨਾ ਹਰੀ ਦਾ ਨਾਮ ਜਪਿਆ ਡੰਡੇ ਜਮਕਾਲ ਵਾਲੇ ਸਹਿਣਗੇ ਜਿਨ੍ਹਾਂ ਨਾ ਹਰੀ ਦਾ ਨਾਮ ਜਪਿਆ ਡੰਡੇ ਜਮਕਾਲ ਵਾਲੇ ਸਹਿਣਗੇ ਜਿਨ੍ਹਾਂ ਨਾ ਹਰੀ ਦਾ ਨਾਮ ਜਪਿਆ ਡੰਡੇ ਜਮਕਾਲ ਵਾਲੇ ਸਹਿਣਗੇ ਜਿਨ੍ਹਾਂ ਨਾ ਹਰੀ ਦਾ ਨਾਮ ਜਪਿਆ ਡੰਡੇ ਜਮਕਾਲ ਵਾਲੇ ਸਹਿਣਗੇ ਜਿਨ੍ਹਾਂ ਨਾ ਹਰੀ ਦਾ ਨਾਮ ਜਪਿਆ ਡੰਡੇ ਜਮਕਾਲ ਵਾਲੇ ਸਹਿਣਗੇ ਜਿਨ੍ਹਾਂ ਨਾ ਹਰੀ ਦਾ ਨਾਮ ਜਪਿਆ ਡੰਡੇ ਜਮਕਾਲ ਵਾਲੇ ਸਹਿਣਗੇ ਜਿਨ੍ਹਾਂ ਨਾ ਹਰੀ ਦਾ ਨਾਮ ਜਪਿਆ 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 ਡੰਡੇ ਜਮਕਾਲ ਵਾਲੇ ਸਹਿਣਗੇ ਜਿੰਦੜੀ ਨ ਮਾਣੀ ਜਮ ਚੰਦਰੇ ਟਕੜ ਕਾਕੇ ਕੱਢ ਲੈਣਗੇ ਜਿੰਦੜੀ ਨੇ ਮਾਣੀ ਜਮ ਚੰਦਰੇ ਹੱਡ ਖੜਕਾ ਕੇ ਕੱਢ ਲੈਣਗੇ ਜਿੰਦੜੀ ਨੇ ਮਾਣੀ ਜਮ ਚੰਦਰੇ ਹੱਡ ਖੜਕਾ ਕੇ ਕੱਢ ਲੈਣਗੇ ਜਿੰਦੜੀ ਨ ਮਾਣੀ ਜਮ ਚੰਦਰੇ ਹੱਡ ਕੜਕਾ ਕੇ ਕੱਢ ਲੈਣਗੇ ਜਿੰਦੜੀ ਨ ਮਾਣੀ ਜਮ ਚੰਦਰੇ ਹੱਡ ਕੜਕਾ ਕੇ ਕੱਢ ਲੈਣਗੇ ਜਿੰਦਨ ਮਾਣੀ ਕੱਢੀਏ ਹੱਡਾਂ ਕੂ ਕੜਕਾਏ ਮਲਕ ਜੇ ਕੰਨੀ ਸੁਣੀਂਦਾ ਮੂੰਹ ਦਿਖਾਲੇ ਕਹਿੰਦੇ ਇੱਕ ਦਿਨ ਸਮਾਂ ਬਣਨਾ ਜਿਨ੍ਹਾਂ ਨਾ ਹਰੀ ਦਾ ਨਾਮ ਜਪਿਆ ਡੰਡੇ ਜਮਕਾਲ ਵਾਲੇ ਸਹਿਣਗੇ ਜਿੰਦੜੀ ਨਮਾਣੀ ਜਮ ਚੰਦਰੇ ਹੱਡ ਕੜਕਾ ਕੇ ਕੱਢ ਲੈਣਗੇ ਬੜਾ ਔਖਾ ਹੋਣਾ ਸਮਾਂ ਇਸ ਕਰਕੇ ਤਿਆਰੀ ਕਰੀਏ ਨਾਮ ਜਪੀਏ ਬੰਦਗੀ ਕਰੀਏ ਜੁੜੀਏ ਮਹਾਰਾਜ ਦੇ ਚਰਨਾਂ ਦੇ ਨਾਲ ਸਤ ਸੰਗਤ ਵਿੱਚ ਜਾਣ ਦਾ ਫਾਇਦਾ ਕੀ ਆ ਸਤ ਸੰਗਤ ਵਿੱਚ ਜਾਣ ਦਾ ਲਾਭ ਕੀ ਆ ਤੇ ਸੰਗਤ ਜੀ ਅੱਜ ਨਾ ਸਮਾਂ ਬਣਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮੈਂ ਸਤ ਸੰਗਤ ਦੀ ਬਾਬਤ ਗੱਲ ਕਰਾਂ ਕਿੱਡੀ ਵੱਡੀ ਬਖਸ਼ਿਸ਼ ਕਰਦੇ ਆ ਮਹਾਰਾਜ ਕਿੱਡਾ ਮਾਨ ਤੇ ਸਤਿਕਾਰ ਬਖਸ਼ ਦਿੰਦੇ ਆਪਣੇ ਪਿਆਰਿਆਂ ਨੂੰ ਜਿਹੜਾ ਸੱਚ ਹੈ ਨਾ ਜੀ ਜਿਹੜਾ ਪ੍ਰੇਮ ਹੈ ਭਰੋਸਾ ਹੈ ਭਾਵਨਾ ਹੈ 1469 ਵਿੱਚ ਪੈਦਾ ਹੋ ਚੁੱਕਿਆ ਹੈ ਘਰ ਤੱਕ ਅਸੀਂ ਪਹੁੰਚਾ ਨਹੀਂ ਸਕੇ ਸਾਡੀ ਕਮੀ ਰਹੀ ਹੈ ਸੱਚੇ ਪਾਤਸ਼ਾਹ ਨੇ ਤੇ ਸੱਚ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇੱਕ ਵੱਖਰਾ ਪੰਥ ਕਾਇਮ ਕਰ ਦਿੱਤਾ ਦੁਨੀਆ ਜਿਹਦੇ ਅੰਦਰ ਇੰਨੀ ਜ਼ਿਆਦਾ ਇਨਸਾਨੀਅਤ ਇੰਨੀ ਜ਼ਿਆਦਾ ਮਨੁੱਖਤਾ ਇੰਨਾ ਜ਼ਿਆਦਾ ਪਿਆਰ ਭਰੋਸਾ ਭਾਵਨਾ ਨਹੀਂ ਹੋਣਾ ਕਿਸੇ ਵਿੱਚ ਜਿਹੜਾ ਮਹਾਰਾਜ ਨੇ ਪ੍ਰੇਮ ਭਰਿਆ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਣ ਵਾਲਾ ਦੱਸੋ ਕਿਹੜਾ ਅੱਜ ਦਾ ਪੰਥ ਕਿ ਦੁਸ਼ਮਣਾਂ ਨੂੰ ਵੀ ਸ਼ਿਕਾਰਿਆ ਹੋਵੇ ਕਿਉਂਕਿ ਬਾਬਾ ਜੀ ਨੇ ਕਿਹਾ ਸੀ ਨਾ ਕੋ ਬੈਰੀ ਕਹਿੰਦੇ ਨਾ ਕੋਈ ਵੈਰੀ ਹੈ ਨਾ ਕੋਈ ਬੇਗਾਨਾ ਹੈ ਸਗਲ ਸਮ ਹਮ ਕੋ ਬਣਾਈ ਸਾਰੀ ਕਿਉਂਕਿ ਇੱਕੋ ਦਾ ਨੂਰ ਹੈ ਨਾ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸਾਡੀ ਲੜਾਈ ਕਿਸੇ ਬੰਦੇ ਨਾਲ ਨਹੀਂ ਆ ਸਾਡੀ ਲੜਾਈ ਕਿਸੇ ਧਰਮ ਨਾਲ ਨਹੀਂ ਆ ਸਾਡੀ ਲੜਾਈ ਤੇ ਜ਼ੁਲਮ ਨਾਲ ਆ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਾਰੇ ਕਹਿੰਦੇ ਕਿਸੇ ਨਾਲ ਸਾਡੀ ਕੋਈ ਲੜਾਈ ਨਹੀਂ ਜ਼ੁਲਮ ਨਾਲ ਲੜਾਈ ਹੈ ਉਹ ਕੋਈ ਵੀ ਕਰਦਾ ਹੈ ਤੇ ਡਟੇ ਖੜੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਆ ਨਾ ਸੱਚੇ ਪਾਤਸ਼ਾਹ ਕਹਿੰਦੇ ਸਾਡੀ ਕਿਸੇ ਨਾਲ ਲੜਾਈ ਨਹੀਂ ਹੈ ਜ਼ੁਲਮ ਤੇ ਜ਼ਾਲਮ ਨਾਲ ਸਾਡੀ ਲੜਾਈ ਹੈ ਸਦਾ ਰਹੇਗੀ ਤੇ ਅੱਜ ਵੀ ਆਪਾਂ ਵੇਖਦੇ ਆ ਨਾ ਮੈਂ ਕੱਲ ਵੀ ਇਹ ਬੇਨਤੀ ਕੀਤੀ ਸੀ ਅੱਜ ਵੀ ਕਰਾਂ ਦਿੱਲੀ ਦੇ ਵਿੱਚ ਕਿਸਾਨੀ ਮਜ਼ਦੂਰ ਮੋਰਚਾ ਲੱਗਿਆ ਹੋਇਆ ਹੈ ਦਿੱਲੀ ਦੀ ਹਿੱਕ ਦੇ ਉੱਤੇ ਕਿਸਾਨ ਮਜ਼ਦੂਰ ਬੈਠੇ ਹਰ ਵਰਗ ਹੀ ਬੈਠਾ ਹੈ ਤੇ ਉੱਥੇ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕਿ ਜੀ ਇਹ ਕਿਸਾਨ ਨਹੀਂ ਆ ਇਹ ਅੱਤਵਾਦੀ ਨੇ
ਤੇ ਸਮੇਂ ਦੀ ਹਕੂਮਤ ਨੂੰ ਦੱਸਣਾ ਚਾਹੁੰਦੇ ਆ ਸੱਚਮੁੱਚ ਅੱਤਵਾਦੀ ਆ। ਜਿੱਦਾਂ ਤੁਸੀਂ ਕਹਿੰਦੇ ਹੋ ਨਾ ਵੀ ਅੱਤਵਾਦੀ ਨੇ ਸੱਚਮੁੱਚ ਅੱਤਵਾਦੀ ਆ, ਇਹ ਸੁਣ ਲੈਣਾ ਚਾਹੀਦਾ ਸਮੇਂ ਦੀ ਹਕੂਮਤ ਨੂੰ, ਸੱਚਮੁੱਚ ਅੱਤਵਾਦੀ ਆ। ਸੰਗਤ ਜੀ ਕਿੱਦਾਂ ਅੱਤਵਾਦੀ ਆ? ਸਾਡੇ ਕੋਲ ਕਿਹੜੇ ਹਥਿਆਰ ਆ? ਕਿੰਨਾ ਤੋਂ ਸਰਕਾਰ ਡਰਦੀ ਪਈ ਆ? ਦੱਸਣਾ ਚਾਹੁੰਦੇ ਆ ਉਹ ਸਮਾਂ ਸੰਗਤ ਜੀ ਲੰਗਰ ਬਣਾ ਕੇ ਪਕਾ ਕੇ ਛਕਾਉਣ ਵਾਲਾ ਅੱਤਵਾਦੀ ਹੈ ਤੇ ਅਸੀਂ ਅੱਤਵਾਦੀ ਆ। ਖੇਤਾਂ 'ਚ ਹਲ ਵਾਹ ਕੇ ਕਮਾਈ ਕਰਕੇ ਆਪ ਨਹੀਂ ਮੁੱਲ ਪਾ ਸਕਦੇ। ਅਸੀਂ 6 ਮਹੀਨੇ ਫਸਲ ਨੂੰ ਸੰਭਿਆ, ਬੜੇ ਯਤਨ ਕੀਤੇ, ਗਰੀਬਾਂ ਤੱਕ ਪਹੁੰਚਾਇਆ, ਹਰ ਵਰਗ ਤੱਕ ਪਹੁੰਚਾਇਆ। ਜੇ ਗਰੀਬਾਂ ਦਾ ਮੂੰਹ ਭਰਨ ਵਾਲਾ, ਜੇ ਗਰੀਬਾਂ ਦੇ ਪੇਟ ਭਰਨ ਵਾਲਾ ਅੱਤਵਾਦੀ ਹੈ ਤੇ ਅਸੀਂ ਅੱਤਵਾਦੀਆਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਿਲਾਂ ਵਿੱਚ ਰਹਿ ਕੇ ਸੰਗਤ ਜੀ ਖੇਤੀ ਦਾ ਪਤਾ ਨਹੀਂ ਲੱਗਦਾ, ਖੇਤੀ ਕੀ ਹੁੰਦੀ ਆ। ਸੋਨੇ ਦੇ ਚਾਂਦੀ ਦੇ ਬਰਤਨਾਂ 'ਚ ਪ੍ਰਸ਼ਾਦਾ ਛਕ ਕੇ ਰੋਟੀਆਂ ਖਾ ਕੇ ਗਰੀਬ ਦਾ ਚੁੱਲ੍ਹਾ ਕਿਵੇਂ ਮੱਚਦਾ ਪਤਾ ਨਹੀਂ ਲੱਗਦਾ। ਆਉਣਾ ਪਏਗਾ ਪਤਾ, ਗਰਾਊਂਡ ਤੇ ਆ ਕੇ ਲੱਗਦਾ ਹੈ। ਅੱਤਵਾਦੀ ਕਹਿਣ ਵਾਲੇ ਲੋਕਾਂ ਨੂੰ ਲੰਗਰ ਛਕਾਈਏ, ਲੋਕਾਂ ਨੂੰ ਪ੍ਰਸ਼ਾਦੇ ਛਕਾਈਏ, ਲੋਕਾਂ ਦੀ ਹੈਲਪ ਮਦਦ ਕਰੀਏ। ਹਰ ਬੰਦੇ ਦਾ ਜਦੋਂ ਕੋਈ ਵੀ ਬੰਦਾ ਪੰਜਾਬ ਵਿੱਚ ਆਉਂਦਾ ਤੇ ਉਹਦਾ ਸਿਰ ਝੁਕਦਾ ਹੈ ਪੰਜਾਬ ਨੂੰ। ਹੋਰ ਵੀ ਸਟੇਟਾਂ ਨੇ ਸਾਰੇ ਸਤਿਕਾਰਯੋਗ ਨੇ, ਪਰ ਪੰਜਾਬ ਨੂੰ ਹਰ ਬੰਦੇ ਦਾ ਸਿਰ ਕਿਉਂ ਝੁਕਦਾ ਹੈ? ਇੱਥੇ ਉਹ ਪੈਦਾ ਹੋਏ ਆ, ਇੱਥੇ ਉਹਨਾਂ ਨੇ ਜਨਮ ਲਿਆ ਜਿਨ੍ਹਾਂ ਨੇ ਮੌਤ ਨੂੰ ਪਹਿਲਾਂ ਕਬੂਲਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲਾਂ ਮੌਤ ਕਬੂਲੀ ਆ। ਮਰਹੱਟਿਆਂ ਦਾ ਇਤਿਹਾਸ ਪੜੋ, ਤੇਰੇ ਮਰਹੱਟਿਆਂ ਨੂੰ ਇਹ ਗੱਲ ਕਹਿਣੀ ਪੈ ਗਈ, ਕਹਿੰਦੇ ਅਸੀਂ ਆਪਣੇ ਆਪ ਤੇ ਵੱਡਾ ਮਾਣ ਕਰਦੇ ਸੀ। ਮਰਹੱਟਿਆਂ ਦੀ ਕੌਮ ਉਹ ਮਰਹੱਟੇ ਲੋਕ ਜਿਹੜੇ ਮਰਦੇ ਦਮ ਤੱਕ ਲੜਦੇ ਆ, ਉਹਨਾਂ ਨੂੰ ਇਹ ਗੱਲ ਕਹਿਣੀ ਪਈ ਆ। ਉਹ ਕਹਿੰਦੇ ਸਾਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ ਗਰਭ ਮਾਣ ਸੀ, ਪਰ ਕਹਿੰਦੇ ਸਾਡਾ ਵੀ ਸਿੱਖਾਂ ਦੇ ਅੱਗੇ ਸਿਰ ਝੁਕ ਗਿਆ। ਜਦੋਂ ਸਿੱਖਾਂ ਦੀ ਹਿਸਟਰੀ ਪੜ੍ਹੀ, ਅਸੀਂ ਤੇ ਮਰਦੇ ਦਮ ਤੱਕ ਲੜਨ ਵਾਲੇ ਸੀ, ਪਰ ਕਹਿੰਦੇ ਹੈਰਾਨ ਹੋ ਗਏ ਇਹਨਾਂ ਦੀ ਕੌਮ ਵਿੱਚ ਤੇ ਉਹ ਲੋਕ ਆ ਜਿਹੜੇ ਮਰਨ ਤੋਂ ਬਾਅਦ ਵੀ ਲੜਦੇ ਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਰਨ ਤੋਂ ਬਾਅਦ ਲੜਨ ਵਾਲੀ ਕੌਮ। ਤੇ ਸੰਗਤ ਜੀ ਅਸੀਂ ਉਹਨਾਂ ਦੇ ਵਾਰਿਸ ਆ ਜਿਹੜੇ ਮਰਨ ਤੋਂ ਬਾਅਦ ਵੀ ਲੜਦੇ ਰਹੇ। ਬਾਬਾ ਦੀਪ ਸਿੰਘ ਵਰਗੇ ਮਰਨ ਤੋਂ ਬਾਅਦ ਲੜਨਾ, ਸਹਿਬ ਬਾਬਾ ਜੋਰਾਵਰ ਸਿੰਘ, ਸਹਿਬ ਬਾਬਾ ਫਤਿਹ ਸਿੰਘ ਮਰਨ ਤੋਂ ਬਾਅਦ ਵੀ ਲੜਨ ਵਾਲੇ। ਤੇ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਤਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ। ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਅੱਜ ਵੀ ਜੂਝਣਾ ਦੱਸਦਾ ਏ। ਜਾ ਕੇ ਪੁੱਛ ਲੋ ਕੰਧ ਸਰਹੰਦ ਦੀ ਤੋਂ ਜੋੜਾ ਕਿੱਦਾਂ ਪਿਆ, ਲਾਲਾਂ ਦਾ ਹੱਸਦਾ ਏ। ਵੱਡੀ ਕੁਰਬਾਨੀ ਸੰਗਤ ਜੀ ਉਹ ਵੇਲਾ। ਇਹ ਕਹਿਣਾ ਚਾਹੁੰਦੇ ਆ ਸਮੇਂ ਦੀ ਗਵਰਨਮੈਂਟ ਨੂੰ, ਸਮੇਂ ਦੀ ਹਕੂਮਤ ਨੂੰ, ਕਿ ਜੇ ਲੰਗਰ ਛਕਾਉਣ ਵਾਲੇ ਅੱਤਵਾਦੀ, ਭੁੱਖਿਆਂ ਦਾ ਪੇਟ ਭਰਨ ਵਾਲੇ ਅੱਤਵਾਦੀ ਹੁੰਦੇ ਆ ਤੇ ਪੂਰਾ ਦੇਸ਼ ਅੱਤਵਾਦੀਆਂ ਦਾ ਹੀ ਆ। ਇਹ ਸਾਡੇ ਬਾਬੇ ਨੇ ਰੀਤ ਚਲਾਈ ਆ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਜਿੱਥੇ ਵੀ ਸੰਗਤ ਜੀ ਅੱਜ ਆਪਾਂ ਜਾਣਦੇ ਆ ਖਾਲਸਾ ਏਡ ਦਾ ਕਿੱਡਾ ਵੱਡਾ ਨਾਂ ਹੈ ਦੁਨੀਆ ਦੇ ਵਿੱਚ, ਕਿੱਡਾ ਵੱਡਾ ਨਾਂ। ਸਰਦਾਰ ਰਵੀ ਸਿੰਘ ਖਾਲਸਾ ਜਿਨ੍ਹਾਂ ਨੇ ਉਹ ਚੀਜ਼ ਨੂੰ ਬੜੀ ਵੱਡੀ ਪੱਧਰ ਦੇ ਉੱਤੇ ਪ੍ਰਫੁੱਲਤ ਕੀਤਾ। ਉਹਨਾਂ ਦਾ ਸੰਘਰਸ਼, ਉਹਨਾਂ ਦੀ ਮਿਹਨਤ ਅੱਜ ਪੂਰੇ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਦੇਸ਼ਾਂ ਵਿੱਚ ਸਿੱਖਾਂ ਨੂੰ ਕੋਈ ਜਾਣਦਾ ਵੀ ਨਹੀਂ ਸੀ, ਉੱਥੇ ਤੱਕ ਜਾ ਕੇ ਉਹਨਾਂ ਨੇ ਨਾਮ ਕੀਤਾ, ਦੱਸਿਆ ਵੀ ਸਿੱਖ ਇਹੋ ਜਿਹੇ ਹੁੰਦੇ ਆ। ਸਿੱਖ ਦੀ ਪਰਿਭਾਸ਼ਾ, ਸਿੱਖ ਦੀ ਡੈਫੀਨੇਸ਼ਨ ਦੱਸੀ ਵੀ ਸਿੱਖ ਹੁੰਦੇ ਕਿਹੋ ਜਿਹੇ। ਤੇ ਸੰਗਤ ਜੀ ਜਿਹੜੇ ਲੋਕ ਨਫ਼ਰਤ ਪੈਦਾ ਕਰਦੇ ਸੀ ਅੱਜ ਉਹ ਦਿੱਲੀ ਵਿੱਚ ਆਉਂਦੇ ਆ ਤੇ ਉਹ ਕਹਿੰਦੇ ਅਸੀਂ ਤੇ ਹੈਰਾਨ ਹੋ ਗਏ ਆ
ਕਮਾਲ ਮੰਨ ਗਏ ਆ ਵੀ ਇਦਾਂ ਦੇ ਸਿੱਖ ਹੁੰਦੇ ਆ, ਸਾਨੂੰ ਤੇ ਕੁਝ ਹੋਰ ਹੀ ਦੱਸਿਆ ਗਿਆ। ਸਿੱਖ ਇਹੋ ਜਿਹੇ ਨਹੀਂ ਹੁੰਦੇ। ਸਿੱਖ ਕਿੱਦਾਂ ਦੇ ਹੁੰਦੇ ਆ? ਪੜ੍ਹੋ ਇਤਿਹਾਸ ਸੰਗਤ ਜੀ। ਦੂਜਿਆਂ ਲਈ ਮਰ ਮਿਟ ਜਾਣਾ, ਦੂਜਿਆਂ ਲਈ ਕੁਰਬਾਨ ਹੋ ਜਾਣਾ। ਗੁਰੂ ਤੇਗ ਬਹਾਦਰ ਪਾਤਸ਼ਾਹ ਉਹ ਸਮਾਂ ਸੀ ਜਦੋਂ ਬਚਪਨ ਦੇ ਵਿੱਚ 4 ਵਰ੍ਹਿਆਂ ਦੀ ਉਮਰ ਸੀ ਤੇ ਇੱਕ ਬੱਚੇ ਦਾ ਬੱਚਾ ਛੋਟਾ ਜਿਹਾ ਜਿਹੜਾ ਨਗਨ ਘੁੰਮਦਾ ਪਿਆ ਸੀ ਤੇ ਉਹਦਾ ਨਗਨ ਨਹੀਂ ਵੇਖਿਆ ਗਿਆ, ਉਹਦਾ ਤਨ ਢੱਕ ਦਿੱਤਾ। ਤੇ ਸਮਾਂ ਆਇਆ ਜਦੋਂ ਇੱਕ ਦੇਸ਼ ਨੰਗਾ ਹੋ ਰਿਹਾ ਸੀ ਤੇ ਉਦੋਂ ਆਪਣੇ ਆਪ ਦਾ ਬਲੀਦਾਨ ਦੇ ਦਿੱਤਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੜ੍ਹੋ ਇਤਿਹਾਸ, ਕਿਉਂਕਿ ਉਹ ਲੋਕ ਭੁੱਲ ਗਏ ਆ। ਰਾਜ ਮਦ ਦਾ ਨਸ਼ਾ ਬੜਾ ਭੈੜਾ ਨਸ਼ਾ ਹੈ ਜੀ। ਜਦੋਂ ਚੜ ਜਾਂਦਾ ਬੰਦਾ ਭੁੱਲ ਜਾਂਦਾ ਸਾਰਾ ਕੁਝ, ਯਾਦ ਨਹੀਂ ਰਹਿੰਦਾ। ਤੇ ਅੱਜ ਉਹ ਲੋਕਾਂ ਨੂੰ ਰਾਜ ਮਦ ਦੇ ਨਸ਼ੇ ਚੜੇ ਆ, ਪਰ ਉਹਨਾਂ ਨੂੰ ਇਹ ਯਾਦ ਕਰ ਲੈਣਾ ਚਾਹੀਦਾ ਕਿ ਜਿੱਦਾਂ ਦੇ ਕਰਮ ਅਸੀਂ ਕਰ ਰਹੇ ਹਾਂ, ਮੌਤ ਨੇ ਬਖਸ਼ਣਾ ਕਿਸੇ ਨੂੰ ਨਹੀਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਾਦੇ ਲਈ ਰੱਸੇ ਵੱਟਦੇ ਪਏ ਆ, ਕਾਦੇ ਲਈ ਸਾਰਾ ਕੁਝ? ਕਿਸੇ ਨਹੀਂ ਖਿਲਾਉਣਾ। ਉਹ ਸਮਾਂ ਆਏਗਾ ਜਦੋਂ ਜਾਣਾ ਪਏਗਾ। ਲਾਹਨਤਾਂ ਲੈ ਕੇ ਥੋੜਾ ਜਾਣਾ। ਜ਼ਿੰਦਗੀ ਥੋੜੀ ਜਿਉਂ ਲਈਏ, ਸਤਕਾਰ ਦੀ ਜਿਉਈਏ, ਲਾਹਨਤਾਂ ਦੀ ਨਹੀਂ। ਉਹ ਕਾਦੀ ਜ਼ਿੰਦਗੀ ਹੈ? ਲੋਕ ਲਾਹਨਤਾਂ ਹੀ ਪਾਈ ਜਾਣ। ਰਹੋ ਵਿਚਾਰ ਜੋ ਮੈਂ ਬੇਨਤੀ ਕਰ ਰਿਹਾ ਸੀ, ਅਸਲ ਵਿੱਚ ਇਹ ਗੱਲਾਂ ਸਤ ਸੰਗਤ ਵਿੱਚ ਜਾ ਕੇ ਪਤਾ ਲੱਗਦੀ। ਜਦੋਂ ਬੰਦਾ ਸਤ ਸੰਗਤ ਵਿੱਚ ਜਾਂਦਾ ਹੈ ਨਾ ਜੀ, ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਹੁੰਦੀ ਹੈ, ਜਿੱਥੇ ਇੱਕ ਮਾਲਕ ਦੀ ਗੱਲ ਹੁੰਦੀ ਹੈ, ਜਿੱਥੇ ਇੱਕ ਪਾਤਸ਼ਾਹ ਦੀ ਗੱਲ ਹੁੰਦੀ ਆ। ਜਦੋਂ ਸਤ ਸੰਗਤ ਵਿੱਚ ਜਾਵਾਂਗੇ ਪਤਾ ਲੱਗਦਾ ਹੈ, ਕਿਉਂਕਿ ਸਤ ਸੰਗਤ ਜੇ ਤਕਦੀਰ ਬਦਲਣੀ ਹੈ ਤੇ ਸਤ ਸੰਗਤ ਵਿੱਚ ਜਾਣਾ ਪਏਗਾ। ਤੇ ਸੱਚੇ ਪਾਤਸ਼ਾਹ ਕਹਿੰਦੇ ਸਤ ਸੰਗਤ ਕਰਿਆ ਕਰ। ਸਤ ਸੰਗਤ ਉਹ ਜਿੱਥੇ ਸਦਾ ਸਤ ਵਰਤਦਾ, ਜਿੱਥੇ ਸੱਚ ਵਰਤਦਾ ਸਦਾ। ਤੇ ਸੰਗਤ ਦੇ ਵਿੱਚੋਂ ਕੀ ਪੈਦਾ ਹੁੰਦਾ ਹੈ? ਸੰਗਤ ਮਾਂ ਹੈ ਜੀ। ਸੰਗਤ ਦੇ ਵਿੱਚੋਂ ਗੁਰਮੁਖ ਪੈਦਾ ਹੁੰਦੇ ਆ, ਸੰਤ ਪੈਦਾ ਹੁੰਦੇ ਆ, ਭਗਤ ਪੈਦਾ ਹੁੰਦੇ ਆ। ਸਤ ਸੰਗਤ ਵਿੱਚ ਜਾ ਕੇ ਜੀਵਨ ਸਫਲ ਹੁੰਦਾ ਹੈ, ਸਮਝ ਪੈਂਦੀ ਜ਼ਿੰਦਗੀ ਦੀ। ਇਹ ਗੱਲ ਤੇ ਪਤਾ ਲੱਗਦਾ ਹੈ ਕਿ ਮਨਾ ਰਾਣਾ ਰਾਉ ਨ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨ ਬੰਧਤ ਧੀਰ। ਇੱਥੋਂ ਪਤਾ ਲੱਗਦਾ ਪ੍ਰਾਨੀ ਤੂੰ ਆਇਓ ਲਾਹਾ ਲੈਣ। ਸਤ ਸੰਗਤ ਵਿੱਚ ਆ ਕੇ ਗੱਲਾਂ ਦਾ ਪਤਾ ਲੱਗਦਾ ਹੈ ਕਿ ਤੂੰ ਇੱਥੇ ਕਰਨ ਕੀ ਆਇਆ ਹੈ। ਚੰਗੇ ਕਰਮ ਕਮਾਲੇ ਮਨਾ ਮੇਰਿਆ, ਕੋਈ ਬੀਜ ਲੈ ਧਰਮ ਦੀ ਕਿਆਰੀ। ਪਾਪਾਂ ਦੇ ਤੈ ਖੇਤ ਬੀਜ ਲੈ, ਬੀਜ ਲੈ ਧਰਮ ਦੀ ਕਿਆਰੀ। ਪਾਪਾਂ ਦੇ ਤੈ ਖੇਤ ਬੀਜ ਲੈ, ਕੋਈ ਬੀਜ ਲੈ ਧਰਮ ਦੀ ਕਿਆਰੀ। ਪਾਪਾਂ ਦੇ ਤੈ ਖੇਤ ਬੀਜ ਲੈ, ਕੋਈ ਬੀਜ ਲੈ ਧਰਮ ਦੀ ਕਿਆਰੀ। ਪਾਪਾਂ ਦੇ ਤੈ ਖੇਤ ਬੀਜ ਲੈ, ਕੋਈ ਬੀਜ ਲੈ ਧਰਮ ਦੀ ਕਿਆਰੀ। ਪਾਪਾਂ ਦੇ ਤੈ ਖੇਤ ਬੀਜ ਲੈ, ਕੋਈ ਬੀਜ ਲੈ ਧਰਮ ਦੀ ਕਿਆਰੀ। ਪਾਪਾਂ ਦੇ ਤੈ ਖੇਤ ਬੀਜ ਲੈ। ਪਿਆਰਿਆ 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 ਪਾਪਾਂ ਦੇ ਤੈ ਖੇਤ ਬੀਜ ਲੈ। ਕੋਈ ਬੀਜ ਲੈ ਧਰਮ ਦੀ ਕਿਆਰੀ। ਪਾਪਾਂ ਦੇ ਤੈ ਖੇਤ ਬੀਜ ਲੈ। ਕੋਈ ਬੀਜ ਲੈ ਧਰਮ ਦੀ ਕਿਆਰੀ। ਓ ਪਾਪਾਂ ਦੇ ਤੈ ਖੇਤ ਬੀਜ ਲੈ। ਕੋਈ ਬੀਜ ਲੈ ਧਰਮ ਦੀ ਕਿਆਰੀ। ਪਾਪਾਂ ਦੇ ਤੈ ਖੇਤ ਬੀਜ ਲੈ। ਕੋਈ ਵੀ
ਪਾਪਾਂ ਦੇ ਤੈ ਖੇਤ ਬੀਜ ਲੈ। ਕੋਈ ਸੱਚੇ ਨਾਮ ਦੀ ਕਿਆਰੀ ਤਾਂ ਬੀਜ ਕੇ ਵੇਖ ਲੈ, ਸਦਾ ਪਾਪ ਹੀ ਬੀਜੀ ਜਾਣਾ ਹੈ। ਚੰਗਾ ਕਰਮ ਤੇ ਬੀਜ ਲੈ, ਜ਼ਿੰਦਗੀ 'ਚ ਕੰਮ ਆਏਗਾ। ਤੇ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਸੀ, ਸਤ ਸੰਗਤ ਕਰਨ ਦਾ ਲਾਭ, ਸਤ ਸੰਗਤ ਕਰਨ ਦਾ ਫਾਇਦਾ, ਜਿਹੜਾ ਸਤ ਸੰਗਤ ਕਰ ਲੈਂਦਾ, ਜਿਨ੍ਹਾਂ ਜਿਨ੍ਹਾਂ ਨੇ ਗੁਰਬਾਣੀ ਨੂੰ ਸੁਣਿਆ, ਜਿਨ੍ਹਾਂ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਸੁਣਿਆ, ਤੇ ਉਹ ਮੌਤ ਤੋਂ ਘਬਰਾਏ ਨਹੀਂ ਆ, ਉਹ ਕਦੇ ਡੋਲੇ ਨਹੀਂ ਆ। ਉਹ ਤੇ ਕਹਿੰਦੇ ਰਹੇ ਆ, ਜਿਸ ਮਰਨੇ ਤੇ ਜਗ ਡਰੈ ਮੇਰਾ ਮਨ, ਆਨੰਦ ਮਰਨਾ ਹੀ ਤੇ ਪਾਈਐ ਪੂਰਨ ਪਰਮਾਨੰਦ। ਮਰਨੇ ਤੇ ਕਿਆ ਡਰਪਨਾ ਜਬ ਹਾਥ ਸੰਧੌਰਾ ਲੀਨ। ਉਹ ਮਰਨ ਤੋਂ ਡਰਿਆ ਨਹੀਂ ਕਰਦੇ। ਕੌਣ? ਜਿਨ੍ਹਾਂ ਨੂੰ ਮਰਨ ਦਾ ਚਾਅ ਏ, ਜਿਨ੍ਹਾਂ ਨੂੰ ਮਰਨ ਦਾ ਝੱਲ ਏ। ਤੇ ਅੱਜ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਡੱਲਾ ਚੌਧਰੀ ਆ ਕੇ ਕਹਿੰਦਾ, ਪਾਤਸ਼ਾਹ ਜੀ, ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਡੱਲਾ ਚੌਧਰੀ ਕਹਿੰਦਾ, ਪਾਤਸ਼ਾਹ ਪਤਾ ਲੱਗਿਆ ਸਿੰਘ ਸ਼ਹੀਦ ਹੋ ਗਏ ਆ, ਤੁਹਾਡੇ ਲਾਲ ਸ਼ਹੀਦੀਆਂ ਪਾ ਗਏ, ਮਰੇ ਕਹਿੰਦੇ। ਤੇ ਕਹਿੰਦੇ, ਪਾਤਸ਼ਾਹ ਜੀ ਸਮਾਂ ਬਣਦਾ, ਮੇਰੇ ਕੋਲ ਕਿੱਡੀ ਵੱਡੀ ਫੌਜ ਹੈ, ਤੁਸੀਂ ਮੈਨੂੰ ਦੱਸਣਾ ਸੀ, ਇੱਕ ਵਾਰ ਸੁਨੇਹਾ ਤੇ ਲਾਉਂਦੇ, ਮੈਂ ਆਪਣੀ ਫੌਜ ਲੈ ਕੇ ਆਉਂਦਾ, ਇੰਨੇ ਸਿੰਘ ਸ਼ਹੀਦ ਨਹੀਂ ਸੀ ਹੋਣੇ, ਮਰੇ ਕਹਿੰਦੇ। ਅੱਛਾ, ਕਹਿੰਦੇ ਹਾਂਜੀ ਪਾਤਸ਼ਾਹ ਜੀ। ਤੇ ਥੋੜਾ ਹੀ ਸਮਾਂ ਲੰਘਿਆ, ਅਜੇ ਗੱਲਾਂ ਹੀ ਹੁੰਦੀਆਂ ਪਈਆਂ, ਅਜੇ ਵਿਚਾਰ ਹੀ ਹੋ ਰਹੀ ਆ। ਇੰਨੇ ਚਿਰ ਨੂੰ ਇੱਕ ਸਿੱਖ ਰਾਈਫਲ ਲੈ ਕੇ ਆ ਗਿਆ, ਬੰਦੂਕ ਲੈ ਕੇ ਆ ਗਿਆ, ਲਿਆ ਕੇ ਮਹਾਰਾਜ ਦੇ ਚਰਨਾਂ 'ਚ ਭੇਟ ਕੀਤੀ, ਰੱਖ ਕੇ ਭੇਟ ਕਰਕੇ, ਦਾਤਾ ਜੀ ਆ ਪ੍ਰਵਾਨ ਕਰ ਲਿਓ। ਕਿੰਨੀ ਕੁ ਚੰਗੀ ਆ? ਕਹਿੰਦਾ ਮਹਾਰਾਜ ਮੈਂ ਆਪਣੇ ਹਿਸਾਬ ਨਾਲ ਤੇ ਬੜੀ ਚੰਗੀ ਬਣਾਈ ਹੈ, ਬਾਕੀ ਤੁਸੀਂ ਕਿਰਪਾ ਕਰੋ। ਤੇ ਮਹਾਰਾਜ ਕਹਿੰਦੇ ਵੀ ਇਹਨੂੰ ਪਰਖ ਲੈਣਾ ਚਾਹੀਦਾ, ਮੈਦਾਨੇ ਜੰਗ ਵਿੱਚ ਜਾਵਾਂਗੇ ਪਤਾ ਹੋਣਾ ਚਾਹੀਦਾ ਵੀ ਸ਼ਸਤਰ ਕਿਹੋ ਜਿਹੇ। ਸਤ ਬਚਨ ਮਹਾਰਾਜ ਜੀ ਮੌਜ ਆਪ ਜੀ ਦੀ ਜਦੋਂ ਇਹ ਬਚਨ ਕਹੇ, ਤੇ ਪਾਤਸ਼ਾਹ ਨੇ ਡੱਲੇ ਨੂੰ ਆਖਿਆ, ਡੱਲਿਆ ਤੂੰ ਕਹਿੰਦਾ ਮੇਰੇ ਕੋਲ ਜਵਾਨ ਬੜੇ ਤਕੜੇ ਆ, ਮੇਰੇ ਫੌਜੀ ਜਵਾਨ ਬਹੁਤ ਛਡੋਲ ਸਰੀਰਾਂ ਦੇ, ਤਕੜੇ ਸਰੀਰਾਂ ਦੇ ਆ, ਜਾ ਇੱਕ ਨੂੰ ਬੁਲਾ ਕੇ ਲਿਆ, ਆਪਾਂ ਰਾਈਫਲ ਦਾ ਨਿਸ਼ਾਨਾ ਪਰਖ ਲਈਏ। ਕਹਿੰਦੇ ਡੱਲਾ ਚੌਧਰੀ ਜਾਂਦਾ, ਤੰਬੂ ਦੇ ਅੰਦਰ ਗਿਆ ਤੇ ਸਾਰੀ ਫੌਜ ਇੱਕਦਮ ਖੜੇ ਹੋ ਗਏ ਸਾਰੇ। ਕੀ ਹੁਕਮ ਹੈ ਚੌਧਰੀ ਸਾਹਿਬ? ਤੇ ਡੱਲਾ ਚੌਧਰੀ ਕਹਿੰਦਾ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਇੱਕ ਸਿੱਖ ਆਇਆ ਰਾਈਫਲ ਲੈ ਕੇ। ਕਹਿੰਦੇ ਅੱਛਾ ਜੀ ਚਲਾਉਣੀ ਹੈ? ਕਹਿੰਦੇ ਨਹੀਂ। ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਰਾਈਫਲ ਦਾ ਨਿਸ਼ਾਨਾ ਪਰਖ ਕੇ ਵੇਖਣਾ ਹੈ, ਤੁਹਾਡੇ ਸਾਰਿਆਂ ਦੇ ਵਿੱਚੋਂ ਕੋਈ ਇੱਕ ਆਵੇ ਤੇ ਆ ਕੇ ਉਹ ਬੰਦੂਕ ਦੇ ਅੱਗੇ ਖਲੋਵੇ। ਤੇ ਜਿੰਨੇ ਖੜੇ ਹੋਏ ਸੀ ਸਾਰੇ ਬਹਿ ਗਏ ਥੱਲੇ। ਜਦੋਂ ਸਾਰੇ ਬਹਿ ਗਏ ਤੇ ਡੱਲਾ ਚੌਧਰੀ ਕਹਿੰਦਾ, ਮੇਰੀ ਇੱਜ਼ਤ ਦਾ ਸਵਾਲ ਹੈ ਤੇ ਬੇਇੱਜ਼ਤੀ ਹੋ ਜਾਣੀ ਮੇਰੀ, ਕੋਈ ਆਓ। ਤੇ ਜਿਹੜੇ ਜਿਨ੍ਹਾਂ ਦਾ ਗਰਭ ਕਰਦਾ ਸੀ, ਮਾਨ ਕਰਦਾ ਸੀ, ਜਿਨ੍ਹਾਂ ਦੇ ਪਿੱਛੇ ਲੱਗ ਕੇ ਡਿੰਗਾ ਮਾਰ ਦਿੱਤੀਆਂ ਵੱਡੀਆਂ ਵੱਡੀਆਂ, ਤੇ ਅੱਜ ਉਹ ਪਤਾ ਕੀ ਕਹਿੰਦੇ ਆ? ਕਹਿੰਦੇ ਚੌਧਰੀ ਸਾਹਿਬ ਇਦਾਂ ਨਹੀਂ ਮਰ ਹੋਣਾ, ਚੁੱਪ ਚਪੀਤੇ ਗੋਲੀ ਖਾ ਨਹੀਂ ਹੋਣੀ, ਮੈਦਾਨੇ ਜੰਗ 'ਚ ਗੁਰੂ ਸਾਹਿਬ ਨੂੰ ਕਹਿ ਦੋ ਵੇਖ ਲੈਣ, ਇਦਾਂ ਨਹੀਂ ਮਰ ਹੋਣਾ। ਚੌਧਰੀ ਕਹਿੰਦਾ ਨਹੀਂ, ਜਾਣਾ ਪੈਣਾ ਹੈ। ਤੇ ਅੱਗੋਂ ਜਵਾਬ ਦਿੰਦੇ ਕਹਿੰਦੇ ਆ, ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ, ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ, ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ, ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ, ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ, ਇੱਕ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ, ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ, ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ, ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ, ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ, ਇੱਕ ਵਿੱਚ
ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ। ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ। ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ। ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ। ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ। ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ। ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ। ਇੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ। ਹੋਵੇ ਜੇ ਮੈਦਾਨ ਤੋਂ ਹੱਥ ਕਰੀਏ, ਹੋਵੇ ਜੇ ਮੈਦਾਨ ਤੋਂ ਹੱਥ ਕਰੀਏ ਕੀ ਦਲੇਰੀ ਚੌਧਰੀ। ਹੋਵੇ ਜੇ ਮੈਦਾਨ ਤੋਂ ਹੱਥ ਕਰੀਏ ਕੀ ਦਲੇਰੀ ਚੌਧਰੀ। ਹੋਵੇ ਜੇ ਮੈਦਾਨ ਤੋਂ ਹੱਥ ਕਰੀਏ ਕੀ ਦਲੇਰੀ ਚੌਧਰੀ। ਹੋਵੇ ਜੇ ਮੈਦਾਨ ਤੋਂ ਹੱਥ ਕਰੀਏ ਕੀ ਦਲੇਰੀ ਚੌਧਰੀ। ਹੋ ਜੇ ਤੋਂ ਹੱਥ ਕਰੀਏ ਕੀ ਦਲੇਰੀ ਚੌਧਰੀ। ਹੋਵੇ ਜੇ ਮੈਦਾਨ ਤੋਂ ਹੱਥ ਕਰੀਏ ਕੀ ਦਲੇਰੀ ਚੌਧਰੀ। ਟਿਕਾ ਕੇ ਜਵਾਬ ਦਿੱਤਾ ਮਾਨ ਕਰਦਾ ਸੀ ਚੌਧਰੀ ਤਨਖਾਹੀਆਂ ਦੇ ਉੱਤੇ। ਤੇ ਯਾਦ ਰੱਖਿਓ ਸੰਗਤ ਜੀ, ਤਨਖਾਹੀਆ ਬੰਦਾ ਕਦੇ ਕੁਰਬਾਨੀ ਨਹੀਂ ਲੈ ਸਕਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਮਣੇ ਖਲੋ ਕੇ ਨਹੀਂ ਮਰ ਸਕਦਾ। ਚਾਹਣ ਚੱਕ ਕੋਈ ਗੱਲ ਵਰਤ ਜਾਏ ਤੇ ਹੋਰ ਖੇਡ ਆ, ਮਜਬੂਰੀ ਕਰਕੇ ਹੋ ਜਾਏ, ਪਰ ਪ੍ਰੇਮ ਵਾਲਾ ਹਮੇਸ਼ਾ ਮਰਦਾ ਹੁੰਦਾ ਹੈ। ਅੱਜ ਚੌਧਰੀ ਨੂੰ ਜਵਾਬ ਦੇ ਦਿੱਤਾ ਠੋਕ ਕੇ। ਕਹਿੰਦੇ ਹਿੱਕ ਵਿੱਚ ਗੋਲੀ ਖਾਣੀ ਚੁੱਪ ਕਰਕੇ ਕੀ ਦਲੇਰੀ ਚੌਧਰੀ। ਚੌਧਰੀ ਸਾਹਿਬ ਇਹ ਕਾਦੀ ਦਲੇਰੀ ਆ? ਚੁੱਪ ਕਰਕੇ ਗੋਲੀ ਖਾ ਲੈਣੀ ਹਿੱਕ ਦੇ ਵਿੱਚ। ਮੈਦਾਨੇ ਜੰਗ ਵਿੱਚ ਵੇਖ ਲਿਓ ਗੁਰੂ ਸਾਹਿਬ ਨੂੰ ਕਹੋ ਅੱਜ ਨੀਵੀਂ ਪਾ ਕੇ ਢਿੱਲਾ ਜਿਹਾ ਮੂੰਹ ਕਰੀ ਵਾਪਸ ਤੁਰਿਆ ਆਉਂਦਾ ਹੈ। ਆ ਕੇ ਮਹਾਰਾਜ ਸੱਚੇ ਪਾਤਸ਼ਾਹ ਨਾ ਵੇਖ ਕੇ ਡੱਲੇ ਚੌਧਰੀ ਵੱਲ, ਕਹਿੰਦੇ ਚੌਧਰੀ ਸਾਹਿਬ ਕੀ ਗੱਲ ਹੋਈ, ਮੁੜਿਆ ਆਏ ਨਹੀਂ ਨਾਲ ਤੁਹਾਡੇ ਯੋਧੇ? ਕਹਿੰਦਾ ਪਾਤਸ਼ਾਹ ਜੀ ਸਾਰੇ ਜਵਾਬ ਦੇ ਗਏ। ਤੁਸੀਂ ਇਦਾਂ ਕਰੋ, ਜਦੋਂ ਹੁਣ ਕਿਤੇ ਜੰਗ ਹੋਈ ਤੇ ਸਾਨੂੰ ਦੱਸਿਓ, ਉੱਥੇ ਜਾ ਕੇ ਦੋ ਹੱਥ ਵਿਖਾਵਾਂਗੇ। ਮਹਾਰਾਜ ਕਹਿੰਦੇ ਨਹੀਂ, ਮੈਂ ਰੈਫਲ ਨਹੀਂ, ਇਹ ਤੇਰੇ ਬੰਦੇ ਹੀ ਪਰਖਦਾ ਸੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮਹਾਰਾਜ ਇਹ ਕਿਦਾਂ ਦੀ ਗੱਲ? ਤੇ ਪਾਤਸ਼ਾਹ ਕਹਿੰਦੇ ਫਿਰ ਦੱਸ ਦਿੰਨੇ ਆ। ਉਹ ਸਾਹਮਣੇ ਚਲਿਆ ਜਾ, ਸਾਹਮਣੇ ਸਿੰਘ ਬੈਠੇ ਨਾ ਦਮਾਲੇ ਸਜਾ ਰਹੇ ਆ, ਦਮਾਲੇ ਚੜਾ ਰਹੇ ਆ, ਉਹਨਾਂ ਨੂੰ ਬੁਲਾ ਕੇ ਲਿਆ। ਇੱਕ ਜਾਣੇ ਨੂੰ ਕਹੇ ਕਿ ਮਰਦ ਨੇ ਬੁਲਾਇਆ ਤੇ ਆਓ। ਇਹ ਗਿਆ, ਸਾਹਮਣੇ ਸਿੰਘ ਦਮਾਲੇ ਚੜਾਈ ਜਾਂਦੇ ਆ ਤੇ ਅੱਗੇ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਹੋਣੀ ਦੋ ਜਾਣੇ ਬੈਠੇ। ਜਾ ਕੇ ਡੱਲਾ ਚੌਧਰੀ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੁਲਾਇਆ, ਕੋਈ ਆਓ। ਦੋਨਾਂ ਦੇ ਹੱਥਾਂ ਵਿੱਚ ਦਮਾਲੇ ਫੜੇ ਤੇ ਦੋਨੇ ਦੌੜ ਪਏ। ਚੌਧਰੀ ਕਹਿੰਦਾ ਰੁਕਦਾ ਜਾਓ, ਗੱਲ ਤੇ ਸੁਣ ਲਓ, ਬੁਲਾਇਆ ਕਾਦੇ ਵਾਸਤੇ ਹੈ? ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਕੋਈ ਸਿੱਖ ਰਾਈਫਲ ਲੈ ਕੇ ਆਇਆ, ਬੰਦੂਕ ਲੈ ਕੇ ਆਇਆ ਕੋਈ ਸਿੱਖ, ਤੇ ਮਰਦ ਨੇ ਨਿਸ਼ਾਨਾ ਪਰਖਣਾ, ਸਾਹਮਣੇ ਖੜਾ ਕੇ ਗੋਲੀ ਮਾਰ ਦੇਣੀ ਆ। ਭਾਈ ਵੀਰ ਸਿੰਘ ਭਾਈ ਧੀਰ ਸਿੰਘ ਹੌਲੀ ਹੋਣ ਦੀ ਬਜਾਏ ਹੋਰ ਤੇਜ਼ ਹੋ ਗਏ। ਕਹਿੰਦੇ ਵੀ ਜਲਦੀ ਚੱਲੀਏ। ਧੀਰ ਸਿੰਘ ਕਹਿੰਦਾ ਮੈਨੂੰ ਸੁਣਿਆ ਪਹਿਲਾਂ, ਵੀਰ ਸਿੰਘ ਕਹਿੰਦਾ ਮੈਨੂੰ ਸੁਣਿਆ। ਇੱਕ ਦੂਜੇ ਤੋਂ ਅੱਗੇ ਵੱਧ ਕੇ ਦੌੜਦੇ ਆ ਤੇ ਡੱਲਾ ਚੌਧਰੀ ਹੈਰਾਨ ਹੋ ਰਿਹਾ, ਕਹਿੰਦਾ ਕਮਾਲ ਹੋ ਗਈ, ਇਹ ਕਿਸ ਮਿੱਟੀ ਦੇ ਬਣੇ ਆ? ਤੇ ਸੰਗਤ ਜੀ ਬਾਟੇ ਉੱਤੇ ਲੜਦੀਆਂ ਵੇਖ ਚਿੜੀਆਂ, ਕਿਸੇ ਪੁੱਛਿਆ ਇਹਦੇ ਵਿੱਚ ਰਾਜ ਕੀ ਏ? ਚੁੰਝ ਪਾਣੀ ਦੀ ਆਪਣੇ ਨਾ ਸੰਗ ਤੀਕਰ ਮਾਰਨ ਬਾਜ ਨੂੰ, ਇਹਦੇ ਵਿੱਚ ਭੇਦ ਕੀ ਏ? ਭੈੜਿਆ ਮਤ ਆਖੀ ਪਾਣੀ ਡੁੱਲ ਗਿਆ, ਜੇ ਕਿਤੇ ਕਵਰਾਂ ਕਲਰਾਂ ਤੇ ਉੱਥੇ ਖੇਡਾਂ ਬਸੰਤ ਰਚਾਈਆਂ ਨੇ। ਛੂ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ, ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ। ਆਣ ਸੁੰਘਿਆ ਜੇ ਕਿਤੇ ਗਿੱਦੜਾਂ ਨੇ, ਉਹਨਾਂ ਸ਼ੇਰਾਂ ਦੇ ਪੈਰ ਖੜਕਾ ਦਿੱਤੇ। ਧੋਤੇ ਵਾਲਿਆਂ ਬਾਣੀਆਂ ਫੜ ਖੰਡੇ ਜਾ ਕੇ ਜ਼ਾਲਮ ਦੇ ਨਾਲ ਖੜਕਾ ਦਿੱਤੇ। ਐਸੀ ਤਾਕਤ, ਐਸੀ ਪਾਵਰ ਅੰਮ੍ਰਿਤ ਦੇ ਵਿੱਚ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਵਿਖਾਇਆ ਅੰਮ੍ਰਿਤ ਨੇ।
ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਸਾਹ ਮੁੜ ਕੇ ਪਾਇਆ ਅੰਮ੍ਰਿਤ ਨੇ। ਅਸੀਂ ਗਿੱਦੜਾਂ ਵਾਂਗ ਜਿਉਂਦੇ ਸੀ, ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ। ਇਹ ਅੰਮ੍ਰਿਤ ਦੀ ਸ਼ਕਤੀ ਹੈ ਤੇ ਇਹ ਗੁਰੂ ਨਾਲ ਪ੍ਰੇਮ ਮੁਹੱਬਤ ਦੀ ਗੱਲ ਆ। ਅੱਜ ਦੋਨੋਂ ਜਾਣੇ ਭੱਜੇ ਆਉਂਦੇ ਤੇ ਕਲਗੀਆਂ ਵਾਲੇ ਪਾਤਸ਼ਾਹ ਇੰਨੇ ਚਿਰ ਨੂੰ ਡੱਲਾ ਵੀ ਪਹੁੰਚ ਗਿਆ ਤੇ ਮਹਾਰਾਜ ਕਹਿੰਦੇ ਡੱਲਿਆ ਆਓ ਵੇਖ ਸਾਹਮਣੇ ਕੌਣ ਖਲੋਤੇ ਆ, ਦਿਲੋਂ ਮੁਹੱਬਤ ਸਹੀ ਜਿੰਨੀ ਸੱਚੇ ਆ, ਜਿਹੜੇ ਦਿਲੋਂ ਮੁਹੱਬਤਾਂ ਕਰਦੇ ਆ, ਜਿਹੜੇ ਦਿਲੋਂ ਪ੍ਰੇਮ ਕਰਦੇ ਆ। ਇਹ ਆ ਉਹ ਜਿਨ੍ਹਾਂ ਨੇ ਜੰਗ ਮੈਦਾਨ ਦੇ ਵਿੱਚ ਜ਼ਾਲਮ ਨੂੰ ਦੋ ਦੋ ਹੱਥ ਦਿਖਾਏ ਹੋਏ ਆ ਕੇ ਬਹਿ ਗਿਆ ਕੋਲ ਤੇ ਸਾਹਮਣੇ ਖਲੋ ਗਏ, ਇੱਕ ਦੂਜੇ ਤੋਂ ਉੱਚੇ ਹੋ ਅੱਡੀਆਂ ਚੁੱਕ ਚੁੱਕ ਕੇ ਖਲੋਂਦੇ ਆ। ਕਹਿੰਦੇ ਆ ਪਾਤਸ਼ਾਹ ਪਹਿਲਾਂ ਮੇਰੇ ਮਾਰੋ ਗੋਲੀ, ਧੀਰ ਸਿੰਘ ਕਹਿੰਦਾ ਮੇਰੇ ਮਾਰੋ, ਵੀਰ ਸਿੰਘ ਕਹਿੰਦਾ ਗੋਲੀ ਮੇਰੇ ਮਾਰੋ। ਇਹ ਉਹ ਨੇ ਦੋ ਮੁੱਠ ਖਾ ਕੇ ਤੇਰੇ ਲੰਗਰਾਂ ਚ ਛੋਲਿਆਂ ਦੇ ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ, ਪੰਜ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲੇ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਤੇਰੇ ਦਰਬਾਰ ਦੀਆਂ ਬੌਕਰਾਂ ਨੂੰ ਰਾਜ ਜਾਣੇ, ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ। ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜੇ, ਹੱਸ ਹੱਸ ਛਾਤੀਆਂ ਨੂੰ ਢਾਵੇ ਤੇਰਾ ਖਾਲਸਾ। ਇੱਕ ਦੂਜੇ ਤੋਂ ਅੱਗੇ ਹੋ। ਮਾਰੇ ਕਹਿੰਦੇ ਵੇਖ ਡੱਲਿਆ, ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਇਹੋ ਜੇ ਸਿੰਘਾਂ ਨੇ ਜੰਗ ਲੜੇ ਨੇ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਇਹੋ ਜੇ ਸਿੰਘਾਂ ਨੇ ਜੰਗ ਲੜੇ ਨੇ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਇਹੋ ਜੇ ਸਿੰਘਾਂ ਨੇ ਜੰਗ ਲੜੇ ਨੇ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਇਹੋ ਜੇ ਸਿੰਘਾਂ ਨੇ ਜੰਗ ਲੜੇ ਨੇ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਇਹੋ ਜੇ ਸਿੰਘਾਂ ਨੇ ਜੰਗ ਲੜੇ ਨੇ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਇਹੋ ਜੇ ਸਿੰਘਾਂ ਨੇ ਜੰਗ ਲੜੇ ਨੇ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਅੱਖਾਂ ਨਾਲ ਵੇਖ ਲੈ ਤੂੰ ਡੱਲਿਆ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, 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 ਇਹੋ ਜੇ ਸਿੰਘਾਂ ਨੇ ਜੰਗ ਲੜੇ ਨੇ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਇਹੋ ਜੇ ਸਿੰਘਾਂ ਨੇ ਜੰਗ ਲੜੇ ਨੇ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਇਹੋ ਜੇ ਸਿੰਘਾਂ ਨੇ ਜੰਗ ਲੜੇ ਨੇ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਇਹੋ ਜੇ ਸਿੰਘਾਂ ਨੇ ਜੰਗ ਲੜੇ ਨੇ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਇਹੋ ਜੇ ਸਿੰਘਾਂ ਨੇ ਜੰਗ ਲੜੇ ਨੇ। ਅੱਖਾਂ ਨਾਲ ਵੇਖ ਤੂੰ ਡੱਲਿਆ, ਇਹ ਨੇ ਉਹ ਜਿਨ੍ਹਾਂ ਨੇ ਜੰਗ ਮੈਦਾਨ ਫਤਿਹ ਕੀਤੇ ਆ। ਵੇਖਦਾ ਪਿਆ ਏ ਇੱਕ ਦੂਜੇ ਤੋਂ ਅੱਗੇ ਵੱਧ ਕੇ ਹੁੰਦੇ ਆ। ਧਰਮ ਲਈ ਮਰ ਜਾਵਣਾ, ਇਹੋ ਹੀ ਸ਼ਬਦ ਇਹਨਾਂ ਪੜੇ ਨੇ। ਧਰਮ ਲਈ ਮਰ ਜਾਵਣਾ, ਇਹੋ ਹੀ ਸ਼ਬਦ ਇਹਨਾਂ ਪੜੇ ਨੇ। ਧਰਮ ਲਈ ਮਰ ਜਾਵਣਾ, ਇਹਨਾਂ ਪੜੇ ਨੇ। ਧਰਮ ਲਈ ਮਰ ਜਾਵਣਾ, ਇਹੋ ਹੀ ਸ਼ਬਦ ਇਹਨਾਂ ਪੜੇ ਨੇ। ਮਰ ਜਾਵਣਾ, ਇਹੋ ਹੀ ਸ਼ਬਦ ਇਹਨਾਂ ਪੜੇ ਨੇ। ਧਰਮ ਲਈ ਮਰ ਜਾਵਣਾ, ਇਹੋ ਹੀ ਸ਼ਬਦ ਇਹਨਾਂ ਪੜੇ ਨੇ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਅੱਖਾਂ ਨਾਲ ਵੇਖ ਲੈ ਤੂੰ ਡੱਲਿਆ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਅੱਖਾਂ ਨਾਲ ਵੇਖ ਲੈ ਤੂੰ ਡੱਲਿਆ। ਅੱਖਾਂ ਨਾਲ ਵੇਖ ਲੈ ਤੂੰ ਡੱਲਿਆ, ਇਹੋ ਜੇ ਸਿੰਘਾਂ ਨੇ ਜੰਗ ਲੜੇ ਨੇ। ਇਹ ਨੇ ਉਹ ਜਿਨ੍ਹਾਂ ਨੇ ਜੰਗ ਮੈਦਾਨ ਫਤਿਹ ਕੀਤੇ ਆ। ਤੇਰੇ ਤਨਖਾਹੀਏ ਦੌੜ ਗਏ ਆ ਨਾ,
ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਜਿੱਥੇ ਲੇਖਾ ਮੰਗੀ ਐ ਤਿੱਥੇ ਖੜੇ ਸਨ। ਅਸਲੀ ਮਿੱਤਰ ਕੌਣ ਹੁੰਦਾ ਜੀ? ਜਿਹੜਾ ਬਿਪਤਾ ਵੇਲੇ ਖਲੋਵੇ। ਕਹਿੰਦੇ ਦੋ ਬੰਦੇ ਜ਼ਿੰਦਗੀ 'ਚ ਹਮੇਸ਼ਾ ਯਾਦ ਰਹਿੰਦੇ ਆ। ਇੱਕ ਉਹ ਹੈ ਜਿਹੜਾ ਬਿਪਤਾ ਵੇਲੇ ਭੱਜ ਜਾਏ ਤੇ ਇੱਕ ਜਿਹੜਾ ਬਿਪਤਾ ਵੇਲੇ ਖਲੋ ਜਾਏ। ਦੋਨੋਂ ਯਾਦ ਰਹਿੰਦੇ ਆ। ਜਿਹੜਾ ਭੱਜ ਗਿਆ ਉਹਨੂੰ ਲਾਹਨਤਾਂ ਪੈਂਦੀਆਂ ਨੇ ਤੇ ਜਿਹੜਾ ਖਲੋ ਗਿਆ ਉਹਦੀ ਗੱਲ ਹੁੰਦੀ ਹੈ। ਤੇ ਸੰਗਤ ਜੀ ਅੱਜ ਉਹ ਸਮਾਂ ਬਣਿਆ, ਡੱਲਾ ਚੌਧਰੀ ਹੈਰਾਨ ਹੋ ਰਿਹਾ। ਭਾਈ ਵੀਰ ਸਿੰਘ ਭਾਈ ਧੀਰ ਸਿੰਘ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਜੀ ਮਾਰੋ ਗੋਲੀ, ਗੋਲੀ ਮਾਰ ਦਿਓ ਇੱਕ ਦੇ ਵਿੱਚ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨਹੀਂ, ਮੈਂ ਰੈਫਲ ਨਹੀਂ ਆ, ਮੈਂ ਤੇ ਇਹਨੂੰ ਦੱਸਣਾ ਚਾਹੁੰਦਾ ਸੀ, ਮਾਨ ਕਰਦਾ ਸੀ, ਹੰਕਾਰ ਕਰਦਾ ਸੀ ਆਪਣੇ ਬੰਦਿਆਂ ਦਾ, ਤਕੜੇ ਹੋਣ ਦਾ ਮਾਨ। ਕਈ ਵਾਰ ਆਪਾਂ ਵੇਖਦੇ ਆ ਨਾ ਵੀ ਮੈਂ ਬਹੁਤਾ ਅਮੀਰ ਆ, ਮੇਰੇ ਕੋਲ ਬਹੁਤੀ ਮਾਇਆ ਹੈ, ਮੇਰੇ ਕੋਲ ਜ਼ਮੀਨਾਂ ਜਾਇਦਾਦਾਂ ਗੱਡੀਆਂ ਬਹੁਤੀਆਂ, ਮਾਨ ਕਰ ਲੈਨੇ ਅਸੀਂ। ਹਰਜੂ ਹੰਕਾਰ ਨਾ ਭਾਵਈ ਬੇਦਕੂਕ ਸੁਣਾਵੇ। ਬੇਦਕੂਕਾ ਮਾਰ ਮਾਰ ਦੱਸ ਦਿਓ, ਰੱਬ ਨੂੰ ਹੰਕਾਰ ਨਹੀਂ ਪਾਉਂਦਾ। ਭਾਈ ਵੀਰ ਸਿੰਘ ਭਾਈ ਧੀਰ ਸਿੰਘ ਨੂੰ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਰੱਖ ਕੇ ਰੈਫਲ ਖੜੇ ਹੋ ਗਏ ਤੇ ਖੜੇ ਹੋ ਕੇ ਘੁੱਟ ਕੇ ਛਾਤੀ ਨਾਲ ਲਾਉਂਦੇ ਆ, ਪ੍ਰੇਮ ਕਰਦੇ ਆ, ਪਿਆਰ ਕਰਦੇ ਆ। ਮਰਜ ਪਿਆਰ ਕਰਦੇ ਆ ਦਿਲੋਂ, ਕਿਉਂਕਿ ਹਰ ਚੀਜ਼ ਨਸ਼ਾਵਰ ਕੀਤੀ ਖਾਲਸੇ ਤੋਂ। ਤੇ ਅੱਜ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹ ਉਹ ਨੇ, ਇਹ ਉਹ ਆ ਜਿਨ੍ਹਾਂ ਨੇ ਜੰਗ ਮੈਦਾਨ ਫਤਿਹ ਕੀਤੇ ਆ। ਇਹਨਾਂ ਲਈ ਐਵੇਂ ਥੋੜਾ ਪੁੱਤ ਵਾਰ ਦਿੱਤੇ। ਕਿੰਨਾ ਪਿਆਰ ਕਰਦੇ ਆ ਮੈਨੂੰ, ਇਹ ਕਿੰਨਾ ਪਿਆਰ ਕਰਦੇ ਆ ਖਾਲਸੇ ਨੂੰ। ਇਹ ਮੁਹੱਬਤ ਕਰਦੇ ਆ, ਮਰਨਾ ਕਬੂਲ ਦੇ ਆ। ਐਵੇਂ ਤੇ ਨਿਵਾਰੇ ਪੁੱਤ ਚਾਰ ਡੱਲਿਆ, ਐਵੇਂ ਥੋੜਾ ਕੁਰਬਾਨ ਕਰ ਦਿੱਤੇ। ਉਹ ਸਾਹਮਣੇ ਵੇਖ, ਜਦੋਂ ਜੰਗ ਦੇ ਮੈਦਾਨ ਵਿੱਚ ਲੜਦੇ ਹੋਣਗੇ ਕਿੰਨਾ ਪ੍ਰੇਮ ਕਰਦੇ ਹੋਣੇ। ਮੈਂ ਐਵੇਂ ਤੇ ਨਿਵਾਰੇ ਪੁੱਤ ਚਾਰ ਡੱਲਿਆ, ਇਦਾਂ ਹੀ ਥੋੜਾ ਵਾਰ ਦਿੱਤੇ ਆ। ਇਹ ਪ੍ਰੇਮ ਕਰਦੇ ਆ, ਮੁਹੱਬਤ ਕਰਦੇ ਆ। ਇਹ ਕਹਿੰਦੇ ਆ ਇਹ ਗੱਲ, ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ, ਕਿਉਂ ਨਾ ਜਿੰਦੜੀ ਵਾਰ ਦਿਆਂ, ਕਿਉਂ ਨਾ ਜਿੰਦੜੀ ਵਾਰ ਦਿਆਂ, ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ, ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ, ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਸੰਤ ਸਿਪਾਹੀ ਉੱਤੋਂ, ਉਹ ਸੰਤ ਸਿਪਾਹੀ ਉੱਤੋਂ, ਕਿਉਂ ਨਾ ਜਿੰਦੜੀ ਵਾਰ ਦਿਆਂ, ਕਿਉਂ ਨਾ ਜਿੰਦੜੀ ਵਾਰ ਦਿਆਂ। ਉਹ ਸੰਤ ਸਿਪਾਹੀ ਉੱਤੋਂ, ਕਿਉਂ ਨਾ ਜਿੰਦੜੀ ਵਾਰ ਦਿਆਂ, ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਉਹ ਸੰਤ ਸਿਪਾਹੀ ਉੱਤੋਂ, ਕਿਉਂ ਨਾ ਜਿੰਦੜੀ ਵਾਰ ਦਿਆਂ, ਕਿਉਂ ਨਾ ਜਿੰਦੜੀ ਵਾਰ ਦਿਆਂ। ਸੰਤ ਸਿਪਾਹੀ ਉੱਤੋਂ, ਵਾਲਿਆਂ ਵਾਲੇ ਉੱਤੋਂ, ਕਿਉਂ ਨਾ ਜਿੰਦੜੀ ਵਾਰ ਦਿਆਂ, ਕਿਉਂ ਨਾ ਜਿੰਦੜੀ ਵਾਰ ਦਿਆਂ। ਸੰਤ ਸਿਪਾਹੀ ਉੱਤੋਂ, ਕਿਉਂ ਨਾ ਜਿੰਦੜੀ ਵਾਰ ਦਿਆਂ, ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ। ਸੰਤ ਸਿਪਾਹੀ ਉੱਤੋਂ, ਕਿਉਂ ਨਾ ਜਿੰਦੜੀ ਵਾਰ ਦਿਆਂ, ਕਿਉਂ ਨਾ ਜਿੰਦੜੀ ਵਾਰ ਦਿਆਂ। ਅੱਜ ਗੱਲ ਹੁੰਦੀ ਆ, ਸਿਰ ਉੱਚਾ ਮਾਨ ਨਾਲ ਹੋ ਜਾਵੇ, ਉੱਚਾ ਮਾਨ ਨਾਲ ਹੋ ਜਾਵੇ। ਗੱਲ ਤੁਰੇ ਕਲਗੀਆਂ ਵਾਲੇ
ਗੱਲ ਤੁਰੇ ਕਲਗੀਆਂ ਵਾਲੇ ਦੀ, ਗੱਲ ਤੁਰੇ ਕਲਗੀਆਂ ਵਾਲੇ ਦੀ। ਜਦੋਂ ਕਿਤੇ ਗੱਲ ਚੱਲਦੀ ਆ ਨਾ ਸਿਰ ਉੱਚਾ ਮਾਣ ਨਾਲ ਹੁੰਦਾ ਡਲਿਆ। ਇਹ ਉਹ ਨੇ ਜਿਹੜੇ ਆਪਾਂ ਨਿਸ਼ਾਵਰ ਕਰਨਾ ਜਾਣਦੇ ਆ, ਆਪਾਂ ਕੁਰਬਾਨ ਕਰਨਾ ਜਾਣਦੇ ਆ। ਤਨਖਾਈਏ ਤੇ ਪ੍ਰੇਮੀ ਚ ਇਹੀ ਫਰਕ ਹੁੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਨੇ ਸਤ ਸੰਗਤ ਵਿੱਚ ਰਹਿ ਕੇ ਇਹ ਰੰਗ ਨੂੰ ਮਾਣਿਆ ਹੋਇਆ ਹੈ। ਇਹ ਜਾਣਦੇ ਆ ਇਹ ਉਹ ਦੇਸ਼ ਪਹੁੰਚ ਚੁੱਕੇ ਆ ਜਿੱਥੇ ਨਰਕ ਤੇ ਸੁਰਗ ਇੱਕੋ ਜਿਹਾ। ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰੱਦੇ। ਇਹਨਾਂ ਨੇ ਦੋਨੇ ਰੱਦ ਕੀਤੇ ਹੋਏ ਆ। ਇਹ ਉੱਥੇ ਪਹੁੰਚ ਗਏ ਆ ਜਿੱਥੇ ਇਹ ਦੁਨੀਆ ਵਾਲੀਆਂ ਗੱਲਾਂ ਮੁੱਕ ਜਾਂਦੀਆਂ, ਖਤਮ ਹੋ ਜਾਂਦੀਆਂ। ਭਾਈ ਸਾਹਿਬ ਲਿਖਦੇ ਹਨ, ਜਿਨ੍ਹਾਂ ਉਚਾਈਆਂ ਉਤੋਂ ਬੁੱਧੀ ਖੰਭ ਸਾੜ ਥੱਕੀ, ਦਿਲ ਉੱਥੇ ਬਦੋ ਬਦੀ ਮਾਰਦਾ ਉਡਾਰੀਆਂ। ਅਣਡਿੱਠੇ ਪਿਆਲੇ ਨਾਲ ਲੱਭ ਲੱਗ ਜਾਣ ਤੇ ਸਰੂਰ ਆਵੇ ਝੂਮਾ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜਦਾ ਏ ਤੇ ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਬੈਠ ਬੈਠ ਵੇ ਗਿਆਨੀ ਤੋਂ ਮੰਜ਼ਲਾਂ ਦੀ ਕੈਦ ਅੰਦਰ, ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ। ਉੱਥੇ ਸੁਰਤ ਲੱਗ ਗਈ ਆ ਜਿੱਥੇ ਬੇਪਰਵਾਹੀਆਂ ਨੇ, ਜਿੱਥੇ ਬੇਫਿਕਰ ਹੋ ਜਾਂਦਾ ਬੰਦਾ, ਜਿੱਥੇ ਆਨੰਦ ਹੀ ਆਨੰਦ ਹੈ, ਜਿੱਥੇ ਸੋਗ ਹੈ ਹੀ ਨਹੀਂ ਆ, ਜਿੱਥੇ ਦੁੱਖ ਹੈ ਹੀ ਨਹੀਂ ਆ, ਜਿੱਥੇ ਕਲੇਸ਼ ਹੈ ਹੀ ਨਹੀਂ ਆ। ਸਿਰਫ ਇੱਕੋ ਹੀ ਚੀਜ਼ ਹੈ, ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਜਿੱਥੇ ਆਨੰਦ ਹੀ ਆਨੰਦ ਹੈ, ਜਿੱਥੇ ਟਿਕਾਈ ਟਿਕਾਏ, ਉੱਥੇ ਸੁਰਤ ਪਹੁੰਚ ਜਾਂਦੀ ਆ। ਆਓ ਸੰਗਤ ਜੀ, ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰੇਮ ਦੇ ਵਿੱਚ ਨਹੀਂ ਕੋਈ ਹੋਇਆ। ਤਾਈਓ ਕਿਸੇ ਨੇ ਲਿਖਿਆ ਨਾ, ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋਰ, ਕਲਗੀਆਂ ਵਾਲੇ ਨੇ। ਸੁਣਿਓ ਫਿਰ ਸਮਾਪਤੀ ਕਰਦੇ ਆ, ਧਿਆਨ ਦੇਣਾ। ਪਾਤਸ਼ਾਹ ਕਲਗੀਆਂ ਵਾਲੇ ਕਹਿੰਦੇ ਡਲਿਆ ਐਵੇਂ ਥੋੜਾ ਮੈਂ ਪੁੱਤ ਕੁਰਬਾਨ ਕਰ ਦਿੱਤੇ ਇਹਨਾਂ ਲਈ। ਇਹ ਉਹ ਨੇ ਜਿਹੜੇ ਬਹੁਤਾ ਪ੍ਰੇਮ ਕਰਦੇ ਆ, ਬਹੁਤੀ ਮੁਹੱਬਤ ਕਰਦੇ ਆ। ਸੁਣਿਓ ਫਿਰ ਸਮਾਪਤੀ ਕਰਦੇ ਆ, ਧਿਆਨ ਦੇਣਾ। ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋ, ਕਲਗੀਆਂ ਵਾਲੇ ਨੇ। ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋ, ਕਲਗੀਆਂ ਵਾਲੇ ਨੇ। ਦੋ ਦੋ ਕਰ ਕਾਮ ਤੋਂ ਬਾਰੇ ਪੁੱਤ ਚਾਰੇ ਜੀ, ਨਾ ਹੰਝੂ ਕੇਰੇ ਮਾਤਾ ਜੀ ਦੇ, ਰਾਜ ਦੁਲਾਰੇ ਜੀ। ਦਿੱਤਾ ਕੌਮ ਨੂੰ ਨਮਾਇਕ ਮੋਹ, ਕਲਗੀਆਂ ਵਾਲੇ ਨੇ। ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋ, ਕਲਗੀਆਂ ਵਾਲੇ ਨੇ। ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋ, ਕਲਗੀਆਂ ਵਾਲੇ ਨੇ। ਅਜੀਤ ਤੇ ਜੁਝਾਰ ਤੋਂ ਮਨ ਨੂੰ ਡੁਲਾਇਆ ਨਾ, ਪੁੱਤਾਂ ਦੀਆਂ ਲਾਸ਼ਾਂ ਉੱਤੇ ਕਫਨ ਵੀ ਪਾਇਆ ਨਾ। ਪੁੱਤਾਂ ਦੀਆਂ ਲਾਸ਼ਾਂ ਉੱਤੇ ਕਫਨ ਵੀ ਪਾਇਆ ਨਾ।
कौन ऐसी कड़ी नंगे मुख मो कलगियां वाले ने पुत जोड़ियां बना के दिते तो कलगियां वाले ने पुत जोड़ियां बना के दिते तो कलगियां वाले ने निकियां मासूम जिंदा नीहां च खलो गया जबर सबर दिया हदां पार हो गया मान सूबेदा दिता सी लाला तो कलगियां वाले ने पुत जोड़ियां बना के दिते तो कलगियां वाले ने पुत जोड़ियां बना के दिते तो बाजा वाले गुरु साहब जी ने सानू पुत्ता वांगू पालिया गुरु साहब जी ने सानू पुत्ता वांगू पालिया खंडे वाली पौल दे के सिखी नू सारिया केहा सिख पंथ दिए लो कलगियां वाले ने पुत जोड़ियां बना के दिते तो बाजा वाले ने पुत जोड़ियां बना के दिते तो कलगियां वाले जी कलगियां वाले ने ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋਰ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਹੀਂ ਕੋਈ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਤਾਂਗ ਲੱਗੀ ਬਿੰਦ ਬਿੰਦ ਵਾਰ ਦੇਵਾਂ ਜਿੰਦ ਜਿੰਦ ਦੇਖ ਲਾਂ ਦਿਦਾਰ ਮੈਂ ਦੀਦ ਨੇ ਵਸਾਈ ਕਰਾਂ ਮਨ ਤਨ ਵੇਚ ਮਰਾਂ ਸ਼ਰਦਾ ਮੌਜ ਜੀ ਮਰਾਂ ਜਾਵਾਂ ਬਲਿਹਾਰ ਮੈਂ ਬਲ ਬਲ ਜਾਵਾਂ ਤੇਰੀ ਕਲਗੀ ਤੋਂ ਲੱਖ ਵਾਰੀ ਕਿਸ ਤੋਂ ਬਣਾਈ ਆ ਅਕਾਲ ਦੇ ਬੇਟਿਆ ਸੱਜਦੀ ਅਨੂਪ ਤੇ ਸਰੂਪ ਸੋਹਣੇ ਮੁਖੜੇ ਤੇ ਰਹਿੰਦਾ ਤੇਰੇ ਪਿਆਰ ਵਿੱਚ ਹੀਰੇ ਜਲ ਲਪੇਟਿਆ ਆਓ ਪ੍ਰੇਮ ਦੇ ਨਾਲ ਜੁੜੀਏ ਹੋਈਆਂ ਭੁੱਲਾਂ ਦੀ ਖਿਮਾ ਜਿੰਨੇ ਵੀ ਆਪ ਸਾਰੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕਰੋੜਾਂ ਵਾਰੀ ਧੰਨਵਾਦ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਸੇਵਾਦਾਰਾਂ ਦਾ ਸੰਗਤਾਂ ਦਾ ਸਭਨਾਂ ਦਾ ਧੰਨਵਾਦ ਕੱਲ ਦਾ ਸਮਾਂ ਬਾਕੀ ਆਪਾਂ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਜੁੜ ਕੇ ਗੁਰੂ ਘਰ ਦੀਆਂ ਖੁਸ਼ੀਆਂ ਲਾਹੇ ਲੈਣੇ ਮਹਾਰਾਜ ਮਿਹਰ ਕਰਨ ਸਾਨੂੰ ਸਾਰਿਆਂ ਨੂੰ ਨਿਤਨੇਮ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ ਸਾਰੇ ਜੁੜੀ ਅਰਦਾਸ ਕਰਿਓ ਮਹਾਰਾਜ ਸਾਡੀ ਜ਼ਿੰਦਗੀ 'ਚ ਨਿਤਨੇਮ ਸਿਮਰਨ ਬੰਦਗੀ ਆ ਜਾਏ ਅਸੀਂ ਜੁੜ ਜਾਈਏ ਤੇਰੇ ਨਾਮ ਰਸ ਨੂੰ ਮੰਨਣਾ ਸ਼ੁਰੂ ਕਰ ਦਈਏ ਹੋਈਆਂ ਭੁੱਲਾਂ ਦੀ ਖਿਮਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਰਾਮਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਨਾ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ ਸਾਗਰ ਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਮੈਂ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਨਾਨਕਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਜਾਣੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਰੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਯਾਦ ਨਹੀਂ ਕਰਤੇ ਰਹਿ ਸਾਡਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣੀ ਕੀਤਾ ਗੁਰ ਵਿਟੋ ਜਿਸਦੀਆਂ ਹੀ ਵਧਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਸ ਘਰ ਸੁਭਾਗਿਆ ਹਰ ਸੁਭਾਗ ਸ਼ਬਦ ਵਾਜੇ ਕਲਾ ਜਿਨ ਕਰਤਾਰਿਆ ਪੰਜ ਗੋਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਝ ਕੋਸੇ ਨਾਮ ਹਰ ਕੈ ਨਾਕੇ ਕਹਿ ਨਾਨਕ ਤੈ ਸੁਆ ਤਿਤ ਕਰੇ ਨ ਦਵਾਜੇ ਅੰਤ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਭਏ ਸਤੇ ਪੂਰੇ ਗੁਰ ਤੇ ਜਾਣੀ ਤੇ ਪੁਨੀ ਕਹਿੰਦੇ ਪੁਨਿਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨਹਦ ਤੂਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਾਗਤ ਆਈਆਂ ਗੁਰਿਆਈਆਂ ਵਾਜਾ ਧਰਮ ਹਤੂਰ ਕਰਮੀ ਆਪੋ ਆਪਣੀ ਕੇ ਨੇੜੇ ਖੇ ਦੂਰ ਜਿਨੀ ਨਾਮ ਤੇ ਆਇਆ ਗਏ ਸਖਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਸੁਧੀ ਨਾਲ ਜਿਨੀ ਨਾਮ ਤੇ ਆਇਆ 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 ਗਏ ਸਖਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਸੁਧੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟਿਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਵਾਨ
ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ ਰਹਾਉ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।